ਸਾਰਿਆਂ ਨੂੰ। ਮੈਂ ਪਵਨ ਕੁਮਾਰ, ਇਲੈਕਟ੍ਰੋਨਿਕਸ ਇੰਸਟ੍ਰਕਟਰ, ਗਵਰਨਮੈਂਟ ITI ਕਲਾਨੌਰ ਤੋਂ ਆ। ਅੱਜ ਦਾ ਜੋ ਮੇਰਾ ਟੌਪਿਕ ਹੈ ਉਹ ਡਿਜੀਟਲ ਇਲੈਕਟ੍ਰੋਨਿਕਸ ਤੇ ਹੈ, ਜਿਸ ਦਾ ਕਿ ਇੱਕ ਟੌਪਿਕ ਹੈ ਫਲਿਪ ਫਲॉप्स। ਜੋ ਅੱਜ ਦਾ ਟੌਪਿਕ ਹੈ ਸਾਡਾ ਉਹ ਫਲਿਪ ਫਲॉप्स ਤੇ ਹੈਗਾ। ਫਲਿਪ ਫਲॉप ਦਾ ਤੁਹਾਨੂੰ ਬੇਸਿਕ ਮੈਂ ਦੱਸਦਾ ਕਿ ਫਲਿਪ ਫਲॉप ਦਾ ਕੀ ਕੰਮ ਹੁੰਦਾ। ਫਲਿਪ ਫਲॉप ਦਾ ਕੰਮ ਇਹ ਹੁੰਦਾ ਕਿ ਅਸੀਂ ਕੋਈ ਵੀ ਜਿਹੜਾ ਡਾਟਾ ਜਾਂ ਕੋਈ ਡਾਟਾ ਜੋ ਸਟੋਰ ਕਰਦੇ ਆ, ਜੋ ਵੀ ਸਾਡਾ ਕੰਪਿਊਟਰ ਹੈ ਜਾਂ ਸਾਡੇ ਲੈਪਟਾਪਸ ਹੈ, ਫੋਨ ਹੈ, ਕੋਈ ਵੀ ਡਾਟਾ ਜਿਹੜਾ ਸਟੋਰ ਹੁੰਦਾ ਉਹ ਫਲਿਪ ਫਲॉप ਹੀ ਸਟੋਰ ਕਰਦਾ ਹੈਗਾ। ਨੈਕਸਟ, ਮੈਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਜੋ ਗਵਰਨਮੈਂਟ ਆਫ ਪੰਜਾਬ ਵੱਲੋਂ ਮਿਸ਼ਨ ਫਤਿਹ ਜੋ ਅਭਿਆਨ ਚੱਲਿਆ ਹੋਇਆ ਉਹਦੇ ਬਾਰੇ ਮੈਂ ਤੁਹਾਡਾ ਸਭ ਦਾ ਸਾਥ ਚਾਹੁੰਦਾ ਕਿ ਤੁਸੀਂ ਜਿਵੇਂ ਸਾਰੇ ਹੀ ਇਸ ਮਿਸ਼ਨ ਦੇ ਵਿੱਚ ਗਵਰਨਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਤੁਸੀਂ ਸਾਰੇ ਜੁੜੇ ਹੋਏ ਹੋ। ਇਸੇ ਤਰੀਕੇ ਨਾਲ ਅਸੀਂ ਵੀ, ਜਦੋਂ ਮੈਨੂੰ ਵੀ ਕਿਤੇ ਟਾਈਮ ਲੱਗਦਾ ਹੈ ਤੇ ਮੈਂ ਵੀ ਲੋਕਾਂ ਨਾਲ ਜਾ ਕੇ ਉਹਨਾਂ ਲੋਕਾਂ ਨੂੰ ਅਵੇਅਰ ਕਰਦਾ। ਸਾਨੂੰ ਇਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ। ਅਸੀਂ ਟੀਚਰ ਹੈਗੇ, ਅਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਉਹਨਾਂ ਨੂੰ, ਲੋਕਾਂ ਨੂੰ ਅਸੀਂ ਅਵੇਅਰ ਕਰ ਸਕਦੇ ਹਾਂ। ਸੋ ਜਦੋਂ ਵੀ ਮੈਨੂੰ ਕਦੇ ਟਾਈਮ ਮਿਲਦਾ ਮੇਰੇ ਲੈਕਚਰ ਤੋਂ ਬਾਅਦ, ਤਾਂ ਮੈਂ ਜ਼ਰੂਰ ਲੋਕਾਂ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਉਹਦੇ ਬਾਰੇ ਦੱਸਦਾ ਕਿ ਅਸੀਂ ਇਸ ਤੋਂ ਕਰੋਨਾ ਤੋਂ ਕਿਵੇਂ ਬਚ ਸਕਦੇ ਹਾਂ, ਸੋ ਅਸੀਂ ਇਸ ਮਿਸ਼ਨ ਨੂੰ ਫਤਿਹ ਕਰ ਸਕੀਏ। ਨੈਕਸਟ ਇੱਕ ਮੈਂ ਵੀਡੀਓ ਪਲੇ ਕਰੂੰਗਾ ਮਿਸ਼ਨ ਫਤਿਹ ਤੇ। ਪਲੀਜ਼ ਥੋੜਾ ਇਹਨੂੰ ਦੇਖਦੇ ਜੇ ਪਲੇ ਹੁੰਦਾ ਤਾਂ। ਆਸ ਲਿਖਾਂਗੇ ਇਹਨੂੰ ਮੁਰਝਾਣ ਨਹੀਂ ਦੇਣਾ, ਇਹ ਗੁਲਾਬ ਹੈ। ਆਸ ਲਿਖਾਂਗੇ ਉਹ ਲਾਲਾ मे भी थोड़ा क्लिप चल नहीं रहा, प्ले हो नहीं रहा है। तो ਅਸੀਂ ਨੈਕਸਟ ਆਪਣਾ ਲੈਕਚਰ ਸਟਾਰਟ ਕਰਦੇ ਹਾਂ। ਅੱਗੇ ਵਰਚੁਅਲ ਪਲੇਸਮੈਂਟ ਡਰਾਈਵ ਹੈ ਸਾਡਾ, ਜੋ ਕਿ ਗਵਰਨਮੈਂਟ ਆਫ ਪੰਜਾਬ ਤੇ ਸਾਡੇ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਚੱਲ ਰਿਹਾ। ਇਹ ਜੋ ਲੁਧਿਆਣਾ ਦੇ ਵਿੱਚ ਵਰਚੁਅਲ ਪਲੇਸਮੈਂਟ ਡਰਾਈਵ ਹੈਗਾ, ਇਸ ਟਾਈਮ ਚੱਲ ਰਿਹਾ ਹੈਗਾ। ਸੋ ਸਟੂਡੈਂਟ ਜਿਹੜਾ ਲਿੰਕ ਦਿੱਤਾ ਹੋਇਆ ਇਸ ਤੇ ਆਪਣੇ ਆਪ ਨੂੰ ਰਜਿਸਟਰਡ ਕਰਕੇ ਤੇ ਤੁਸੀਂ ਜਿਹੜਾ ਜੌਬ ਜਿਹੜੀਆਂ ਤੁਹਾਡੇ ਆਨਲਾਈਨ ਜਿਹੜਾ ਤੁਹਾਨੂੰ ਇਹ WhatsApp ਰਾਹੀਂ ਤੁਹਾਡੀ ਇੰਟਰਵਿਊ ਜਿਹੜੀ ਹੈ ਜਾਂ ਕਾਉਂਸਲਿੰਗ ਜਿਹੜੀ ਉਹ ਕਰਵਾਈ ਜਾਏਗੀ। ਸੋ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਹੀ ਇਸ ਲਿੰਕ ਤੇ ਅਪਲਾਈ ਕਰਕੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹੋ। ਨੈਕਸਟ ਸਾਡਾ ਜਿਹੜਾ ਟੌਪਿਕ ਹੈ ਸ਼ੁਰੂ ਹੋ ਜਾਂਦਾ ਹੈ। ਅੱਜ ਜੋ ਅਸੀਂ ਪੜਾਂਗੇ ਫਲਿਪ ਫਲॉप ਬਾਰੇ ਪੜਾਂਗੇ। ਉਸ ਤੋਂ ਪਹਿਲਾਂ ਇੱਕ ਇੰਟਰੋਡਕਸ਼ਨ ਲੈਚ ਦੀ ਹੈ। ਇੰਟਰੋਡਕਸ਼ਨ ਆਫ ਫਲਿਪ ਫਲॉप्स, difference between latch and flip flop, SR latch, types of flip flops। ਜਿਹੜੀਆਂ ਫਲਿਪ ਫਲॉप्स ਦੀਆਂ ਟਾਈਪਸ ਆ ਉਹ ਅਸੀਂ ਦੋ ਟਾਈਪਸ ਦੀਆਂ ਅੱਜ ਪੜਾਂਗੇ, ਇੱਕ SR ਫਲਿਪ ਫਲॉप ਔਰ D ਫਲਿਪ ਫਲॉप। ਸਭ ਤੋਂ ਪਹਿਲਾਂ ਅਸੀਂ ਇੱਕ ਤਾਂ ਲੈਚ ਪੜਾਂਗੇ ਅੱਜ ਕਿ ਲੈਚ ਕੀ ਹੈ ਔਰ ਫਲਿਪ ਫਲॉप ਕੀ ਹੈ। ਅੱਗੇ ਫਲਿਪ ਫਲॉप ਦੀਆਂ ਨੈਕਸਟ ਟੂ ਟਾਈਪਸ ਕਰਾਂਗੇ, ਇੱਕ SR ਫਲਿਪ ਫਲॉप ਕਰਾਂਗੇ, ਇੱਕ D ਫਲਿਪ ਫਲॉप ਕਰਾਂਗੇ। ਕਿਉਂਕਿ ਜੇ ਅਸੀਂ ਸਾਰੀਆਂ ਦੀਆਂ ਟਾਈਪਸ ਅੱਜ ਕਰਦੇ ਤਾਂ ਲੈਕਚਰ ਬਹੁਤ ਲੈਂਥੀ ਹੋ ਜਾਣਾ ਸੀ, ਜੋ ਕਿ 1 ਘੰਟੇ 'ਚ ਕਵਰ ਨਹੀਂ ਹੋ ਪਾਣਾ ਸੀ।
ਸੋ ਅੱਜ ਦੇ ਲੈਕਚਰ ਦੇ ਵਿੱਚ ਮੈਂ ਇਹ ਦੋ ਜਿਹੜੇ ਫਲਿਪ ਫਲॉप ਹੈ ਉਹ ਡਿਸਕਸ ਅਸੀਂ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜੋ ਨੈਕਸਟ ਜਿਹੜੀਆਂ ਇਹਦੀਆਂ ਟਾਈਪਸ ਆ ਉਹਨਾਂ ਨੂੰ ਡਿਸਕਸ ਕਰ ਲਵਾਂਗੇ। ਉਸ ਤੋਂ ਬਾਅਦ ਇਹ ਫਲਿਪ ਫਲॉप्स ਦੇ ਟਾਈਮਿੰਗ ਡਾਇਗਰਾਮਸ ਦੇਖਾਂਗੇ ਔਰ ਇਹਦੇ ਐਪਲੀਕੇਸ਼ਨਸ ਆ ਉਹਨਾਂ ਨੂੰ ਦੇਖਾਂਗੇ ਕਿ ਇਹਦੀ ਐਪਲੀਕੇਸ਼ਨਸ ਕੀ ਨੇ। ਸਾਡਾ ਟੌਪਿਕ ਸਟਾਰਟ ਹੋ ਰਿਹਾ ਕਿ ਲੈਚ, ਵਾਟ ਇਜ਼ ਲੈਚ, ਕਿ ਲੈਚ ਕੀ ਹੈਗਾ। ਲੈਚ ਕੀ ਹੈ? ਲੈਚ ਵੀ ਇੱਕ ਫਲਿਪ ਫਲॉप ਹੀ ਹੈ। ਲੈਚ ਔਰ ਫਲਿਪ ਫਲॉप ਇੱਕ ਤਰ੍ਹਾਂ ਨਾਲ ਦੋਨੋਂ ਸੇਮ ਹੀ ਹੈ। ਜਸਟ ਇਹਦੇ ਚ ਇੱਕ ਕੀ ਫਰਕ ਹੈ ਕਿ ਲੈਚ ਜਿਹੜਾ ਉਹ ਇੱਕ ਐਸਿਨਕ੍ਰੋਨਸ ਲੌਜਿਕ ਸਰਕਟ ਹੁੰਦਾ ਜਿਹਦੀ ਆਉਟਪੁੱਟ ਜਿਹੜੀ ਆ ਉਹ ਡਿਪੈਂਡ ਕਰਦੀ ਆ ਇਨਸਟੈਂਟ ਇਨਪੁੱਟ ਤੇ। ਮਤਲਬ ਕੀ ਹੋਇਆ ਕਿ ਲੈਚ ਦੇ ਵਿੱਚ ਜਿਹੜੀ ਆਉਟਪੁੱਟ ਹੈ ਉਹ ਇੰਸਟੈਂਟਲੀ ਮਤਲਬ ਉਸੇ ਵੇਲੇ ਚੇਂਜ ਹੋ ਜਾਊਗੀ ਜਿਵੇਂ ਉਹਨੂੰ ਇਨਪੁੱਟ ਮਿਲੇਗੀ। ਸੇਮ ਟਾਈਮ ਤੇ ਹੀ ਉਹਨੇ ਆਪਣੀ ਆਉਟਪੁੱਟ ਜਿਹੜੀ ਉਹ ਚੇਂਜ ਕਰ ਲੈਣੀ ਹੈ ਔਰ ਇਹਦੀ ਜਿਹੜੀ ਆ ਇਨਫੋਰਮੇਸ਼ਨ ਹੈ ਇਹ ਸਟੋਰ ਕਰਕੇ ਰੱਖਦਾ ਹੈ। ਲੈਚ ਨੂੰ ਜਿਹੜੀ ਕਲੌਕ ਪਲਸ ਦੀ ਉਹ ਲੋਡ ਨਹੀਂ ਹੁੰਦੀ। ਲੈਚ ਨੂੰ ਜਿਹੜੀ ਕਲੌਕ ਪਲਸ ਦੀ ਲੋਡ ਨਹੀਂ ਹੁੰਦੀ। ਇਹ ਸਿਰਫ ਜੋ ਇਹਨੂੰ ਇਨਪੁੱਟ ਡਾਟਾ ਮਿਲਦਾ ਸਿਰਫ ਉਸੇ ਤੇ ਹੀ ਇਹ ਆਉਟਪੁੱਟ ਆਪਣੀ ਇੰਸਟੈਂਟਲੀ ਜਿਹੜੀ ਆਉਟਪੁੱਟ ਹੈ ਉਹ ਆਪਣੀ ਦੇਣੀ ਸ਼ੁਰੂ ਕਰ ਦਿੰਦਾ। ਇਹ ਲੈਚ ਦਾ ਸਿੰਬਲ ਹੈਗਾ। ਲੈਚ ਦੀਆਂ ਦੇਖੋ ਦੋ ਇਨਪੁੱਟਸ ਹੈਗੀਆਂ ਨੇ। ਇੱਕ ਮੈਂ ਲੈਚ ਜਿਹੜਾ ਇੱਥੇ ਸ਼ੋ ਕੀਤਾ ਹੈ, ਲੈਚ ਵੀ ਅੱਗੇ ਕਾਫੀ ਟਾਈਪਸ ਦੇ ਹੈਗੇ ਆ, ਜਿਵੇਂ SR ਲੈਚ ਹੈ, D ਲੈਚ ਆ, T ਲੈਚ ਹੈ ਔਰ JK ਲੈਚ ਹੈ। ਇਸ ਤਰ੍ਹਾਂ ਨਾਲ ਲੈਚ ਦੀਆਂ ਵੀ ਟਾਈਪਸ ਹੈਗੀਆਂ, ਬਟ ਅਸੀਂ ਜੋ ਪੜਾਂਗੇ SR ਲੈਚ ਪੜਾਂਗੇ। ਉਸ ਤੋਂ ਬਾਅਦ ਅਸੀਂ ਅੱਗੇ ਫਲਿਪ ਫਲॉप ਸਟਾਰਟ ਕਰ ਦਵਾਂਗੇ। SR ਲੈਚ ਦੇ ਵਿੱਚ ਕੀ ਹੋਗਾ, ਹਮੇਸ਼ਾ ਲੈਚ ਦੇ ਵਿੱਚ ਜਿਹੜੀ ਆਉਟਪੁੱਟਸ ਹੈ ਉਹ ਦੋ ਹੋਣਗੀਆਂ। ਆਉਟਪੁੱਟਸ ਇਹਦੀਆਂ ਦੋ ਹੁੰਦੀਆਂ ਨੇ। ਆਉਟਪੁੱਟਸ ਜਿਹੜੀਆਂ ਨੇ ਉਹ ਇੱਕ ਦੂਜੇ ਦਾ ਕੰਪਲੀਮੈਂਟ ਹੁੰਦੀਆਂ। ਆਉਟਪੁੱਟਸ ਜਿਹੜੀਆਂ ਇੱਕ ਦੂਸਰੇ ਦਾ ਕੰਪਲੀਮੈਂਟ ਹੁੰਦੀਆਂ। ਕੰਪਲੀਮੈਂਟ ਦਾ ਮਤਲਬ ਹੈ ਅਸੀਂ ਜਾਣਦੇ ਕਿ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਜੋ ਵੀ ਡਾਟਾ ਅਸੀਂ ਯੂਜ਼ ਕਰਦੇ ਹਾਂ ਉਹ 0 ਐਂਡ 1 ਦੀ ਫਾਰਮ ਦੇ ਵਿੱਚ ਯੂਜ਼ ਕਰਦੇ ਹਾਂ। ਓਨਲੀ 0 ਐਂਡ 1। 0 ਮੀਨ ਲੋ ਹੁੰਦਾ ਤੇ 1 ਮੀਨ ਹਾਈ ਹੁੰਦਾ। ਫॉर एग्जांपल ਜੇ ਸਾਡੀ ਇੱਥੇ ਆਉਟਪੁੱਟ 0 ਹੈ ਤੇ ਸੈਕਿੰਡ ਆਉਟਪੁੱਟ ਕੀ ਹੋਏਗੀ 1। ਜੇ ਸਾਡੀ ਇੱਥੇ 1 ਹੈ ਤਾਂ ਇਹਦਾ ਸੈਕਿੰਡ ਆਉਟਪੁੱਟ ਕੀ ਹੋਏਗੀ 0। ਇਹਦਾ ਮਤਲਬ ਕੀ ਹੋਇਆ ਕਿ ਆਉਟਪੁੱਟ ਹਮੇਸ਼ਾ ਹੀ ਇੱਕ ਦੂਜੇ ਦੇ ਕੰਪਲੀਮੈਂਟ ਵਿੱਚ ਆਉਂਦੀਆਂ ਨੇ। ਹੁਣ ਇਨਪੁੱਟਸ ਦੀ ਜੇ ਗੱਲ ਕਰੀਏ ਤੇ ਦੋ ਇਨਪੁੱਟਸ ਹੈ, ਬਾਕੀ ਇਹਦੇ ਨੂੰ ਹੋਰ ਐਕਸਟਰਾ ਕੋਈ ਵੀ ਇਹਨੂੰ ਕਲੌਕ ਪਲਸ ਅਪਲਾਈ ਜਾਂ ਔਰ ਸਿਗਨਲ ਕੋਈ ਵੀ ਇਨਪੁੱਟ ਇੱਥੇ ਨਹੀਂ ਅਪਲਾਈ ਕੀਤੀ ਗਈ। ਜਿਵੇਂ ਜਿਵੇਂ ਡਾਟਾ ਆਉਟਪੁੱਟ ਸਾਨੂੰ ਕਿਵੇਂ ਮਿਲੇਗੀ ਇਨਪੁੱਟ ਦੇ ਅਕੋਰਡਿੰਗਲੀ ਇਨਸਟੈਂਟ ਡਾਟਾ ਜਿਹੜੀ ਆਉਟਪੁੱਟ ਸਾਨੂੰ ਇਹਦੀ ਇਨਪੁੱਟਸ ਤੋਂ ਮਿਲੇਗੀ। ਹੁਣ ਇਹ ਲੌਜਿਕ ਸਿੰਬਲ ਸੀਗਾ ਇਹਦਾ SR ਲੈਚ ਦਾ। ਲੌਜਿਕ ਡਾਇਗਰਾਮ ਆ SR ਲੈਚ ਦੀ। ਹੁਣ ਜਿਹੜਾ ਲੈਚ ਆ, ਲੈਚ ਦਾ ਫਸਟਲੀ ਕੰਮ ਦੇਖੋ ਪਹਿਲਾਂ ਕੀ ਹੈ। ਲੈਚ ਦਾ ਕੰਮ ਆ ਡਾਟਾ ਨੂੰ ਸਟੋਰ ਕਰਨਾ। ਡਾਟਾ ਨੂੰ ਸਟੋਰ ਕਰਨਾ ਕਿ ਇੱਕ ਜਿਹੜਾ ਲੈਚ ਆ ਉਹ ਇੱਕ ਹੀ ਬਿਟ ਨੂੰ ਸਟੋਰ ਕਰੇਗਾ। ਇੱਕ ਹੀ ਬਿਟ ਨੂੰ ਸਟੋਰ ਕਰੇਗਾ। ਹੁਣ ਦੇਖੋ ਅਸੀਂ ਜਿਹੜਾ ਲੈਚ ਆ SR ਲੈਚ ਬਾਰੇ ਥੋੜਾ ਅਸੀਂ ਇਹਦੇ ਬਾਰੇ ਸਟੱਡੀ ਕਰਾਂਗੇ। ਇਹਦਾ ਮੈਂ ਇੱਕ ਲੌਜਿਕ ਡਾਇਗਰਾਮ ਬਣਾਇਆ। SR ਲੈਚ ਬਣਦਾ ਕਿਵੇਂ ਆ ਕਿ ਅਸੀਂ ਦੋ ਨੈਂਡ ਗੇਟ ਲੈ ਲਵਾਂਗੇ। ਪਿਛਲੇ ਲੈਕਚਰ 'ਚ ਮੈਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਸਮਝਾਇਆ ਸੀਗਾ ਲੌਜਿਕ ਗੇਟਸ ਬਾਰੇ। ਉਹਦੇ ਵਿੱਚ ਅਸੀਂ ਨੈਂਡ ਗੇਟ ਪੜ੍ਹੇ ਸੀਗੇ। ਅਸੀਂ ਕੀ ਕਰਾਂਗੇ, ਇਹਦੇ ਵਿੱਚ ਦੋ ਨੈਂਡ ਗੇਟ ਲਏ ਹੋਏ ਨੇ। ਇੱਕ ਹੈ ਸੈਕਿੰਡ ਨੈਂਡ ਗੇਟ ਇਹ ਵਾਲਾ। ਦੋ ਨੈਂਡ ਗੇਟ ਲਏ ਨੇ, ਉਹਨਾਂ ਦੀ ਕੀ ਕੀਤਾ ਹੋਇਆ ਆਉਟਪੁੱਟ ਨੂੰ, ਉਹਨਾਂ ਦੀ ਆਉਟਪੁੱਟ ਨੂੰ ਕ੍ਰੋਸ ਕਪਲ ਕੀਤਾ ਹੋਇਆ। ਦੇਖੋ ਉਹਨਾਂ ਨੂੰ ਆਪਸ ਦੇ ਵਿੱਚ ਕੀ ਕੀਤਾ ਹੋਇਆ, ਕ੍ਰੋਸ ਕਪਲ ਕੀਤਾ ਹੋਇਆ ਕਿ ਜਿਹੜੇ ਪਹਿਲੇ ਦੀ ਆਉਟਪੁੱਟ ਹੈ ਉਹ ਦੂਸਰੇ ਫਲਿਪ ਫਲॉप ਦੀ ਇਨਪੁੱਟ ਨੂੰ ਆ ਰਹੀ ਹੈ ਔਰ ਜਿਹੜਾ ਸੈਕਿੰਡ ਫਲਿਪ ਫਲॉप ਸੀਗਾ, ਸੈਕਿੰਡ ਜਿਹੜਾ ਗੇਟ ਹੈ, ਸੈਕਿੰਡ ਜਿਹੜਾ ਨੈਂਡ ਗੇਟ ਹੈ ਉਹਦੀ ਜਿਹੜੀ ਆਉਟਪੁੱਟ ਹੈ ਉਹ ਪਹਿਲੇ ਗੇਟ ਦੀ, ਪਹਿਲੇ ਨੈਂਡ ਗੇਟ ਦੀ ਇਨਪੁੱਟ ਤੇ ਆ ਰਹੀ ਹੈ। ਇਸ ਤਰ੍ਹਾਂ ਨਾਲ ਇਹਨਾਂ ਦੀ ਜਿਹੜੀ ਆਉਟਪੁੱਟਸ ਹੈ ਉਹ ਕਪਲਿੰਗ ਦੇ ਵਿੱਚ ਦੁਬਾਰਾ ਜਿਹੜੀ ਆ ਉਹ ਇਹਨਾਂ ਨੂੰ ਅਪਲਾਈ ਕਰਦੇ ਆ। ਇਹ ਹੈਗਾ SR ਲੈਚ ਦਾ ਲੌਜਿਕ ਡਾਇਗਰਾਮ। ਨੈਕਸਟ ਹੈਗਾ ਇੰਟਰੋਡਕਸ਼ਨਸ ਆਫ ਫਲਿਪ ਫਲॉप। ਅੱਗੇ ਸੀਗਾ ਲੈਚ, ਹੁਣ ਹੈ ਫਲਿਪ ਫਲॉप। ਇਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ।
ਇਹ ਕੀ ਹੈ, ਉਹ ਵੀ ਡਾਟਾ ਨੂੰ ਸਟੋਰ ਕਰਦਾ, ਇਹ ਵੀ ਡਾਟਾ ਨੂੰ ਸਟੋਰ ਕਰਦਾ। ਫਰਕ ਕਿੱਥੇ ਹੈ? ਫਰਕ ਇੱਥੇ ਹੈ ਕਿ ਇਹਦੇ ਵਿੱਚ ਅਸੀਂ ਇੱਕ ਐਕਸਟਰਾ ਜਿਹੜੀ ਇਨਪੁਟ ਉਹ ਅਪਲਾਈ ਕਰਦੇ ਹਾਂ, ਜਿਹਨੂੰ ਅਸੀਂ ਕਲੌਕ ਪਲਸ ਕਹਿ ਦਿੰਦੇ ਹਾਂ ਜਾਂ ਕਲੌਕ ਸਿਗਨਲ ਕਹਿ ਦਿੰਦੇ ਹਾਂ। ਇਹ ਫਲਿਪ ਫਲॉप ਇਜ਼ ਸਿਕੁਐਂਸ਼ੀਅਲ ਜਾਂ ਇਲੈਕਟ੍ਰੋਨਿਕ ਸਰਕਟ, ਇਹ ਸਿਕੁਐਂਸ਼ੀਅਲ ਸਰਕਟ ਹੈ। ਸਿਕੁਐਂਸ਼ੀਅਲ ਸਰਕਟ ਮੀਨਸ ਕਿ ਇੱਕ ਮੈਮਰੀ ਸਿਕੁਐਂਸ਼ੀਅਲ ਸਰਕਟ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਮੈਮਰੀ ਨੂੰ ਮੈਮਰੀ ਡਿਵਾਈਸ ਹੁੰਦਾ ਹੈ ਸਿਕੁਐਂਸ਼ੀਅਲ ਸਰਕਟ ਜਿਹੜਾ, with two stable states that can be used to store binary data। ਇਹਦੀਆਂ ਫਲਿਪ ਫਲॉप्स ਦੀਆਂ ਦੋ ਸਟੇਬਲ ਸਟੇਟਸ ਹੁੰਦੀਆਂ ਨੇ ਜੋ ਕਿ ਬਾਈਨਰੀ ਡਾਟਾ ਨੂੰ ਸਟੋਰ ਕਰਦੀਆਂ ਨੇ। ਸਟੋਰਡ ਡਾਟਾ ਕੈਨ ਬੀ ਚੇਂਜਡ ਬਾਈ ਅਪਲਾਈਂਗ ਵੇਰੀਅਸ ਇਨਪੁਟਸ। ਜਿਹੜਾ ਡਾਟਾ ਜਿਹੜਾ ਅਸੀਂ ਸਟੋਰ ਕੀਤਾ ਹੁੰਦਾ, ਜੋ ਆਲਰੇਡੀ ਡਾਟਾ ਸਟੋਰ ਹੈ ਇਹਦੇ ਚ, ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ। ਕਿਵੇਂ ਚੇਂਜ ਕਰ ਸਕਦੇ ਹਾਂ? ਉਹਨਾਂ ਤੇ ਇਨਪੁਟਸ ਜਿਹੜੀਆਂ ਉਹ ਅਪਲਾਈ ਕਰਕੇ, ਵੇਰਿੰਗ ਉਹਨਾਂ ਦੀਆਂ ਜਿਹੜੀ ਇਨਪੁਟਸ ਆ, ਡਿਫਰੈਂਟ ਇਨਪੁਟਸ ਜਿਹੜੀਆਂ ਅਸੀਂ ਉਹਨਾਂ ਦੀਆਂ ਅਪਲਾਈ ਕਰਕੇ ਅਸੀਂ ਇਹਨਾਂ ਨੂੰ ਡਾਟਾ ਨੂੰ ਜਿਹੜਾ ਚੇਂਜ ਕਰ ਸਕਦੇ ਹਾਂ ਜੋ ਸਟੋਰ ਹੋਇਆ ਹੁੰਦਾ। ਨੈਕਸਟ ਹੈ ਈਚ ਫਲਿਪ ਫਲॉप ਕੈਨ ਸਟੋਰ 1 ਬਿਟ ਆਫ ਡਾਟਾ। ਹਰੇਕ ਫਲਿਪ ਫਲॉप ਜਿਹੜਾ ਉਹ ਓਨਲੀ ਇੱਕ ਬਿਟ ਨੂੰ ਹੀ ਸਟੋਰ ਕਰੇਗਾ। ਜਿਹੜਾ ਇੱਕ ਫਲਿਪ ਫਲॉप ਆ ਉਹ ਇੱਕ ਬਿਟ ਨੂੰ ਹੀ ਸਟੋਰ ਕਰੇਗਾ। ਫੋਰ ਐਗਜ਼ਾਮਪਲ ਅਸੀਂ ਇੱਥੇ ਲੈ ਲੈਂਦੇ ਆ, ਮੰਨ ਲਓ ਇਹ ਇੱਕ ਫਲਿਪ ਫਲॉप ਹੈ, ਇਹ ਇੱਕ ਬਿਟ ਨੂੰ ਹੀ ਸਟੋਰ ਕਰੇਗਾ। ਜੇ ਮੈਂ 4 ਬਿਟ ਸਟੋਰ ਅਸੀਂ ਕਰਨਾ ਡਾਟਾ ਤੇ ਸਾਨੂੰ 4 ਫਲਿਪ ਫਲॉप ਚਾਹੀਦੇ ਆ, ਸਾਨੂੰ 4 ਫਲਿਪ ਫਲॉप ਚਾਹੀਦੇ ਨੇ। ਇਹਦਾ ਮਤਲਬ 4 ਫਲਿਪ ਫਲॉप ਚਾਹੀਦੇ ਆ। ਇਹ ਡਾਟਾ ਕਿਸ ਫਾਰਮ ਚ ਹੋਏਗਾ? 0 ਔਰ 1 ਦੀ। ਮੰਨ ਲਓ ਇਹਨੇ 0 ਸਟੋਰ ਕੀਤਾ, ਇਹਨੇ 1 ਕੀਤਾ, ਇਹਨੇ ਵੀ 1 ਕੀਤਾ, ਇੱਥੇ ਅਸੀਂ 0 ਸਟੋਰ ਕੀਤਾ। ਇਸ ਫਾਰਮ ਦੇ ਵਿੱਚ ਡਾਟਾ ਜਿਹੜਾ ਸਟੋਰ ਹੁੰਦਾ। ਤੇ ਆ ਸਿੰਗਲ ਜਿਹੜਾ ਇਹਨੂੰ ਅਸੀਂ ਬਿਟ ਕਹਿ ਦਿੰਦੇ ਆ, ਤੇ ਜਦੋਂ 4 ਹੋ ਜਾਣ ਸਾਡੇ ਕੋਲ ਬਿਟਸ ਤੇ ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਬਾਈਟ ਕਹਿ ਦਿੰਦੇ ਆ। ਉਹਨੂੰ ਅਸੀਂ ਬਾਈਟ BYTE ਬਾਈਟ ਕਹਿ ਦਿੰਦੇ ਆ। ਬਾਈਟ ਦਾ ਮਤਲਬ ਕੀ ਹੈ? ਬਾਈਟ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਇਹ 4 ਬਿਟਸ ਤੋਂ ਜਿਹੜਾ ਬਣਦਾ ਹੈਗਾ। ਹੁਣ ਇਹ ਜਿਹੜਾ ਡਾਟਾ ਹੁੰਦਾ, ਜਿਵੇਂ ਅਸੀਂ ਕੋਈ ਵੀ ਫਾਈਲ ਹੈ ਉਹ ਅਸੀਂ ਅਪਲੋਡ ਕਰਦੇ ਆ ਜਾਂ ਡਾਊਨਲੋਡ ਕਰਦੇ ਆ, ਤਾਂ ਅਸੀਂ ਹਮੇਸ਼ਾ ਹੀ ਇਹ ਦੇਖਿਆ ਹੋਏਗਾ ਕਿ ਜਿਹੜਾ ਡਾਟਾ ਦੀ ਉਹਦੀ ਸਪੀਡ ਹੁੰਦੀ ਆ ਉਹ KB ਦੇ ਵਿੱਚ ਆਉਂਦੀ ਆ, MB ਦੇ ਵਿੱਚ ਆਉਂਦੀ ਹੈ। ਤੇ ਠੀਕ ਹੈ, ਇਸ ਤਰ੍ਹਾਂ ਨਾਲ KB ਮਤਲਬ ਕਿਲੋਬਾਈਟਸ ਦੇ ਵਿੱਚ, ਜਾਂ ਬਾਈਟਸ ਵਿੱਚ ਵੀ ਆ ਜਾਂਦੀ। ਜੇ ਸਪੀਡ ਜਿਹੜੀ ਆ ਘੱਟ ਹੋਵੇ ਤਾਂ ਬਾਈਟਸ ਵਿੱਚ ਵੀ ਆਏਗੀ। ਇਸ ਤਰ੍ਹਾਂ ਜਿਹੜੀ ਆ ਬਾਈਟ ਹੈ ਇਹ ਕਿਸ ਤਰ੍ਹਾਂ ਬਣਦਾ? 4 ਬਿਟ ਤੋਂ ਬਣਦਾ। ਜੇ 8 ਬਿਟ ਹੋ ਜਾਣਗੇ ਤਾਂ 2 ਬਾਈਟਸ ਹੋ ਜਾਣਗੀਆਂ। ਜੇ 8 ਬਿਟ ਹੋਣਗੀਆਂ ਤਾਂ ਉਹਨੂੰ ਅਸੀਂ ਕੀ ਕਹਾਂਗੇ? 2 ਬਾਈਟਸ। ਉਹਨੂੰ ਇੱਕ ਨਿਬਲ ਵੀ ਕਹਿ ਸਕਦੇ ਹਾਂ ਅਸੀਂ। ਜਦੋਂ 8 ਬਿਟ ਦਾ ਡਾਟਾ ਹੋਏਗਾ ਉਹਨੂੰ ਅਸੀਂ ਨਿਬਲ ਵੀ ਕਹਿ ਸਕਦੇ ਹਾਂ, ਤੇ ਜਾਂ ਫਿਰ ਕੀ ਕਹਿ ਸਕਦੇ ਹਾਂ? 2 ਬਾਈਟਸ ਹੈਗੀਆਂ ਨੇ। ਓਕੇ, ਨੈਕਸਟ ਹੈ ਫਲਿਪ ਫਲॉप ਸਰਕਟ ਕੈਨ ਬੀ ਡਨ ਬਾਈ ਯੂਜ਼ਿੰਗ ਲੌਜਿਕ ਗੇਟਸ। ਅਸੀਂ ਇਹਨਾਂ ਨੂੰ ਕਿਵੇਂ ਕੰਸਟਰਕਟ ਕਿਵੇਂ ਕਰਦੇ ਹਾਂ? ਫਲਿਪ ਫਲॉप ਸਰਕਟ ਜਿਹੜੇ ਅਸੀਂ ਕਿਵੇਂ ਡਿਜ਼ਾਈਨ ਕਰਦੇ ਆ? ਇਹਨਾਂ ਨੂੰ ਅਸੀਂ ਲੌਜਿਕ ਗੇਟਸ, ਕਿਹੜੇ ਲੌਜਿਕ ਗੇਟਸ? ਜਾਂ ਤਾਂ ਨੈਂਡ ਗੇਟ ਯੂਜ਼ ਕਰਕੇ ਬਣਾਉਂਦੇ ਆ, ਜਾਂ ਫਿਰ ਨੌਰ ਗੇਟ ਯੂਜ਼ ਕਰਕੇ ਬਣਾਉਂਦੇ ਆ। ਅਸੀਂ ਨੈਂਡ ਗੇਟ ਯੂਜ਼ ਕਰਕੇ ਵੀ ਬਣਾ ਸਕਦੇ ਆ, ਨੌਰ ਗੇਟ ਯੂਜ਼ ਕਰਕੇ ਵੀ ਫਲਿਪ ਫਲॉप ਨੂੰ ਡਿਜ਼ਾਈਨ ਕਰ ਸਕਦੇ ਆ। ਲੌਜਿਕ ਸਿੰਬਲ ਫਲਿਪ ਫਲॉप ਦਾ, ਇਹਦੇ ਵਿੱਚ ਅਸੀਂ ਦੇਖੋ ਸੇਮ ਲੈਚ ਦੀ ਤਰ੍ਹਾਂ ਆ, ਸੇਮ ਲੈਚ ਦੀ ਤਰ੍ਹਾਂ ਆ। ਇਹਦੇ ਵਿੱਚ 2 ਆ ਦੇਖੋ ਆਉਟਪੁੱਟ ਹੈ। ਆ ਜਿਹੜੀ ਆਉਟਪੁੱਟ ਆ, ਇੱਕ Q ਆ, ਦੂਜੀ Q ਬਾਰ ਹੈ। Q ਤੇ Q ਬਾਰ ਇਹਦਾ ਮਤਲਬ ਕਿ ਇਹ ਇੱਕ ਦੂਜੇ ਦੇ ਕੰਪਲੀਮੈਂਟ ਦੇ ਵਿੱਚ ਹੈ। ਇਹ ਨਾਰਮਲ ਇਨਪੁੱਟ ਆਉਟਪੁੱਟ ਹੈ, ਆਹ ਵਾਲੀ ਇਨਵਰਟਡ ਆਉਟਪੁੱਟ ਹੈ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ 0 ਆ ਤਾਂ ਇਹਦਾ ਇਨਵਰਟ ਕੀ ਹੋਏਗਾ ਜਾਂ ਕੰਪਲੀਮੈਂਟ ਕੀ ਹੋਏਗਾ? 1 ਹੋਏਗਾ। ਜੇ ਇਹ ਵਾਲੀ ਆਉਟਪੁੱਟ 1 ਹੈ ਤੇ ਸੈਕਿੰਡ ਜਿਹੜੀ ਆਉਟਪੁੱਟ ਸਾਡੀ ਇਹ ਕੀ ਹੋਊਗੀ? 0 ਹੋਊਗੀ। ਹਮੇਸ਼ਾ ਹੀ ਜਿਹੜੀਆਂ ਆਉਟਪੁੱਟਸ ਹੈ ਉਹ ਇੱਕ ਦੂਜੇ ਦਾ ਕੰਪਲੀਮੈਂਟ ਦੇ ਵਿੱਚ ਹਮੇਸ਼ਾ ਹੀ ਹੋਣਗੀਆਂ ਫਲਿਪ ਫਲॉप ਜਾਂ ਲੈਚ ਦੇ ਵਿੱਚ। ਇਹਦੇ ਵਿੱਚ ਇੱਕ ਦੇਖੋ ਲੈਚ ਸੇਮ ਲੈਚ ਹੀ ਆ, ਇਹਦੇ ਵਿੱਚ ਇੱਕ ਐਕਸਟਰਾ ਅਸੀਂ ਇੱਕ ਇਨਪੁੱਟ ਅਪਲਾਈ ਕੀਤੀ ਆ, ਇਹ ਵਾਲੀ। ਇਹਨੂੰ ਅਸੀਂ ਕੀ ਕਹਿ ਦਿੰਦੇ ਆ? ਕਲੌਕ ਸਿਗਨਲ ਜਾਂ ਕਲੌਕ ਪਲਸ। ਇਹਦੇ ਤੇ ਇੱਕ ਐਕਸਟਰਾ ਹੀ ਇੱਕ ਕਲੌਕ ਸਿਗਨਲ ਅਪਲਾਈ ਕਰਦੇ ਆ ਤੇ ਉਹਨੂੰ ਅਸੀਂ ਫਲਿਪ ਫਲॉप ਦਾ ਨਾਮ ਦੇ ਦਿੰਦੇ ਆ। ਬਾਕੀ ਇਹਦੇ ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਆ ਲੈਚ ਔਰ ਫਲਿਪ ਫਲॉप ਦੇ ਵਿੱਚ। ਅੱਗੇ ਮੈਂ ਇਹਦੇ ਬਾਰੇ ਤੁਹਾਨੂੰ ਥੋੜਾ ਡਿਸਕਸ ਵੀ ਕਰੂੰਗਾ ਕਿ ਲੈਚ ਤੇ ਫਲਿਪ ਫਲॉप ਦੇ ਡਿਫਰੈਂਸ ਕੀ ਹੈਗਾ। ਇਹ ਹੈਗਾ ਸੀਗਾ ਲੌਜਿਕ ਸਿੰਬਲ। ਨੈਕਸਟ ਹੈ ਲੌਜਿਕ ਡਾਇਗਰਾਮ ਜਿਹੜੀ ਹੈ ਫਲਿਪ ਫਲॉप ਦੀ। ਲੌਜਿਕ ਡਾਇਗਰਾਮ ਜਿਹੜੀ ਹੈ ਫਲਿਪ ਫਲॉप ਦੀ, ਉਹ SR ਫਲਿਪ ਫਲॉप ਅਸੀਂ ਕਰਾਂਗੇ। ਪਹਿਲਾਂ SR ਫਲਿਪ ਫਲॉप ਦੀ ਲੌਜਿਕ ਡਾਇਗਰਾਮ ਦੇਖੋ। ਪਹਿਲਾਂ ਸਾਡਾ ਕੀ ਹੈ?
कि ये बिल्कुल जिहड़ा इत्थों तक साडा लैच ही आ। तुसीं आ देखो जिहड़ा मैं डॉक्टर दे नाल शेयर कीता होया ये सारा लैच ही है। किवें सीगा आ गेट 1 सीगा, आ वाला नैंड गेट 2 आ। सेम इन्हां दी आपस दे विच कपलिंग होई है, देखो क्रॉस कपलिंग होई पई है। सेम ए वाला इत्थों तक की है साडा SR लैच हैगा। ਉਹਦੇ ਨਾਲ ਕੀ ਹੈ ਉਹਦੇ ਇਨਪੁਟਸ ਤੇ ਇੱਕ ਐਕਸਟਰਾ ਅਸੀਂ ਸਰਕਟ ਲਗਾ ਦਿੰਨੇ ਆ। ਦੋ ਨੈਂਡ ਗੇਟ ਅਸੀਂ ਹੋਰ ਲਗਾ ਦਿੰਨੇ ਆ। ਇੱਕ ਇਹ ਵਾਲਾ ਇੱਕ ਦੋ ਨੈਂਡ ਗੇਟ ਅਸੀਂ ਐਕਸਟਰਾ ਲਗਾ ਦਿੰਨੇ ਆ। ਉਹ ਨੈਂਡ ਗੇਟ ਦੇ ਵਿੱਚ ਕੀ ਕਰਦੇ ਆ ਦੋਨਾਂ ਦੀਆਂ ਜਿਹੜੀਆਂ ਇੱਕ ਇਨਪੁਟਸ ਆ ਜਿਹੜੀਆਂ ਉਹ ਦੋਨਾਂ ਦੀਆਂ ਅਸੀਂ ਕਾਮਨ ਕਰ ਦਿੰਨੇ ਆ ਤੇ ਉੱਥੇ ਇੱਕ ਕਲੌਕ ਪਲਸ ਅਪਲਾਈ ਕਰਦੇ ਆ। ਬਾਕੀ ਜਿਹੜੀਆਂ ਇਨਪੁਟਸ ਰਹਿ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਤੇ ਜਿਹੜਾ ਡਾਟਾ ਅਪਲਾਈ ਕਰਦੇ ਆ ਉਹਨਾਂ ਨੂੰ ਅਸੀਂ ਕਹਿ ਦਿੰਦੇ ਇੱਕ ਨੂੰ S ਨਾਲ ਡਿਨੋਟ ਕਰਦੇ ਨੇ ਦੂਜੇ ਨੂੰ R ਨਾਲ। S ਦਾ ਮਤਲਬ ਹੁੰਦਾ ਸੈਟ, S ਦਾ ਮਤਲਬ ਕੀ ਹੁੰਦਾ ਸੈਟ ਤੇ R ਦਾ ਮਤਲਬ ਹੁੰਦਾ ਰੀਸੈਟ। R ਦਾ ਮਤਲਬ ਰੀਸੈਟ, ਸੈਟ ਮਤਲਬ 1, ਰੀਸੈਟ ਮਤਲਬ 0। ਨੈਕਸਟ ਅੱਗੇ ਐਕਸਪਲੇਨ ਕਰਦਾ ਮੈਂ ਇਹਦੇ ਬਾਰੇ। ਫਿਲਹਾਲ ਲੌਜਿਕ ਸਰਕਟ ਜਿਹੜਾ ਸੀਗਾ ਇਹ ਇਹਦੇ ਬਾਰੇ ਵਿੱਚ ਤੁਹਾਨੂੰ ਮੈਂ ਸਮਝਾਉਣਾ ਚਾਹੁੰਦਾ ਦੁਬਾਰਾ ਇੱਕ ਵਾਰੀ ਕਿ ਦੇਖੋ ਸੇਮ ਹੀ ਹੈਗਾ ਜਿੱਦਾਂ ਸਾਡਾ ਲੈਚ ਸੀਗਾ, ਸੇਮ ਹੀ ਇੱਥੋਂ ਤੱਕ ਲੈਚ ਹੀ ਆ, ਲੈਚ ਦੀ ਤਰ੍ਹਾਂ ਹੀ ਕੰਮ ਕਰੇਗਾ। ਇਹਦੇ ਵਿੱਚ ਇੱਕ ਐਕਸਟਰਾ ਅਸੀਂ ਇੱਕ ਆਹ ਵਾਲਾ ਪਾਰਟ ਜਿਹੜਾ ਵਾ ਉਹ ਅਸੀਂ ਲਗਾਇਆ ਹੋਇਆ। ਉਹ ਕਿਸ ਤਰ੍ਹਾਂ ਲਗਾਇਆ, ਦੋ ਨੈਂਡ ਗੇਟ ਲਗਾਏ ਆ, ਉਹਨਾਂ ਦੇ ਇਨਪੁਟਸ ਜਿਹੜੇ ਆਪਸ ਵਿੱਚ ਕਨੈਕਟਡ ਕੀਤੇ ਹੋਏ ਆ, ਦੋਨਾਂ ਦੇ ਇੱਕ ਇੱਕ ਇਨਪੁਟ ਜਿਹੜੇ ਕਨੈਕਟਡ ਕੀਤੇ ਆ ਉਹਨਾਂ ਤੇ ਅਸੀਂ ਕਲੌਕ ਪਲਸ ਅਪਲਾਈ ਕਰਦੇ ਆ। ਅਦਰ ਜੋ ਇੱਕ ਇੱਕ ਇਨਪੁਟ ਇਹਨਾਂ ਦੀ ਰਹਿ ਜਾਂਦੀ ਆ ਉਹਨਾਂ ਤੇ ਅਸੀਂ ਜੋ ਸਿਗਨਲ ਦਿੰਨੇ ਆ ਉਹਨਾਂ ਨੂੰ ਇੱਕ ਨੂੰ S ਦਾ ਨਾਮ ਦੇ ਦਿੰਨੇ ਆ, ਦੂਜੇ ਨੂੰ R ਦਾ ਨਾਮ ਦੇ ਦਿੰਨੇ ਆ। S ਦਾ ਮਤਲਬ ਸੈਟ ਆ, SET ਸੈਟ। R ਦਾ ਮਤਲਬ ਰੀਸੈਟ ਆ, RESET ਰੀਸੈਟ। ਅੱਗੇ ਡਿਫਰੈਂਸ ਬਿਟਵੀਨ ਲੈਚ ਐਂਡ ਫਲਿਪ ਫਲॉप, ਇਹ ਮੈਂ ਜੋ ਡਿਫਰੈਂਸ ਇਹਨਾਂ ਦਾ ਮੈਂ ਦੱਸਣ ਲੱਗਾ ਫਿਰ ਲੌਜਿਕ ਡਾਇਗਰਾਮ ਦੀ ਹੈਲਪ ਨਾਲ ਕਿ ਦੇਖੋ ਆ ਸੀਗਾ ਸਾਡਾ ਲੈਚ। ਜੇ ਅਸੀਂ ਸੈਕਿੰਡ ਡਾਇਗਰਾਮ ਨੂੰ ਦੇਖੀਏ ਆ ਤਾਂ ਸਾਡਾ ਸੀਗਾ ਲੈਚ। ਇਹ ਵਾਲੀ ਡਾਇਗਰਾਮ ਨੂੰ ਦੇਖੀਏ ਤੇ ਇੱਥੋਂ ਤੱਕ ਤੇ ਸਾਡਾ ਆ ਵਾਲਾ ਹੈਗਾ ਲੈਚ ਹੀ ਆ। ਆ ਦੇਖੋ ਆ ਜਿਹੜਾ ਸਾਡਾ ਲੈਚ ਆ ਇੰਨਾ ਇਹ ਨੈਂਡ ਲੈਚ ਆ ਤੇ ਇਸ ਦੇ ਨਾਲ ਅਸੀਂ ਜਿਹੜਾ ਐਕਸਟਰਾ ਜਿਹੜਾ ਇੱਕ ਦੋ ਨੈਂਡ ਗੇਟ ਜਿਹੜੇ ਲਗਾ ਦਿੰਨੇ ਆ ਤੇ ਇਹ ਕੀ ਬਣ ਜਾਂਦਾ ਹੈ, ਫਲਿਪ ਫਲॉप ਬਣ ਜਾਂਦਾ ਹੈ। ਨੈਕਸਟ ਡਿਫਰੈਂਸ ਬਿਟਵੀਨ ਲੈਚ ਐਂਡ ਫਲਿਪ ਫਲॉप ਕਰਦੇ ਆ ਕੀ ਹੈ। ਲੈਚ ਤੇ ਫਲਿਪ ਫਲॉप ਦੇ ਵਿੱਚ ਮੇਨ ਡਿਫਰੈਂਸ ਕੀ ਆ ਜਾਂਦਾ, ਦੋਨੋਂ ਕੀ ਕਰਦੇ ਆ ਡਾਟਾ ਨੂੰ ਸਟੋਰ ਕਰਦੇ ਆ। ਲੈਚ ਵੀ ਡਾਟਾ ਨੂੰ ਸਟੋਰ ਕਰੇਗਾ, ਫਲਿਪ ਫਲॉप ਵੀ ਡਾਟਾ ਨੂੰ ਸਟੋਰ ਕਰੇਗਾ। ਇਹ ਬਾਈਸਟੇਬਲ ਡਿਵਾਈਸ ਹੈ ਤੇ ਫਲਿਪ ਫਲॉप ਵੀ ਬਾਈਸਟੇਬਲ ਡਿਵਾਈਸ ਆ। ਬਾਈਸਟੇਬਲ ਦਾ ਮਤਲਬ ਕੀ ਹੈ, ਬਾਈਸਟੇਬਲ ਦਾ ਮਤਲਬ ਹੈ ਕਿ ਇਹ ਬਾਈਸਟੇਬਲ ਮੀਨਸ ਕਿ ਦੋ ਜਿਹੜੀਆਂ ਆਉਟਪੁੱਟਸ ਇਹਦੀ ਦੋ ਸਟੇਬਲ ਸਟੇਟਸ ਹੁੰਦੀਆਂ ਇਹਦੀਆਂ, ਦੋ ਸਟੇਬਲ ਸਟੇਟਸ ਹੁੰਦੀ ਹੈ ਕਿ ਜਿਹੜਾ ਜਿਵੇਂ ਇੱਕ ਆਉਟਪੁੱਟ Q ਆ ਰਹੀ ਹੈ ਤੇ ਦੂਸਰਾ ਕੀ ਸੀ ਉਹਦਾ Q ਦਾ ਕੰਪਲੀਮੈਂਟ। ਇਸ ਤਰ੍ਹਾਂ ਨਾਲ ਇਹ ਬਾਈਸਟੇਬਲ ਡਿਵਾਈਸ ਹੈਗਾ। ਲੈਚ ਦੇ ਵਿੱਚ ਸਾਨੂੰ ਕਲੌਕ ਸਿਗਨਲ ਦੀ ਲੋੜ ਨਹੀਂ ਪੈਂਦੀ। ਲੈਚ ਦੇ ਵਿੱਚ ਕਲੌਕ ਸਿਗਨਲ ਅਸੀਂ ਅਪਲਾਈ ਨਹੀਂ ਕਰਦੇ, ਇੱਥੇ ਲੋੜ ਨਹੀਂ ਹੁੰਦੀ। ਪਰ ਫਲਿਪ ਫਲॉप ਦੇ ਵਿੱਚ ਅਸੀਂ ਕਲੌਕ ਸਿਗਨਲ ਸਾਨੂੰ ਰਿਕੁਆਇਰਡ ਹੁੰਦਾ, ਅਸੀਂ ਕਲੌਕ ਸਿਗਨਲ ਜਿਹੜਾ ਉਹ ਅਪਲਾਈ ਕਰਦੇ ਹਾਂ। ਹੋਰ ਲੈਚ ਕੀ ਆ, ਇਹ ਲੈਵਲ ਟ੍ਰਿਗਰਡ ਡਿਵਾਈਸ ਆ। ਲੈਵਲ ਟ੍ਰਿਗਰ ਡਿਵਾਈਸ ਆ। ਇਹ ਕੀ ਹੈ, ਐਜ ਟ੍ਰਿਗਰ ਡਿਵਾਈਸ ਆ। ਲੈਵਲ ਟ੍ਰਿਗਰਡ ਡਿਵਾਈਸ, ਲੈਵਲ ਟ੍ਰਿਗਰ ਤੇ ਐਜ ਟ੍ਰਿਗਰ ਦੇ ਵਿੱਚ ਕੀ ਫਰਕ ਹੈ ਮੈਂ ਥੋੜਾ ਕੁ ਤੁਹਾਨੂੰ ਬਰੀਫਲੀ ਦੱਸਣਾ ਚਾਹੁੰਦਾ, ਇਦਾਂ ਲੈਂਥੀ ਹੋ ਜਾਊਗਾ ਜ਼ਿਆਦਾ ਡਿਟੇਲ ਚ ਗਿਆ ਤਾਂ। ਜਿਸ ਤਰ੍ਹਾਂ ਸਾਡਾ ਡਾਟਾ ਉਹ ਇਸ ਫਾਰਮ 'ਚ ਜਾਂਦਾ ਹੈ, ਇਸ ਫਾਰਮ ਦੇ ਵਿੱਚ ਜਾਂਦਾ ਹੈ, ਸੇਮ ਫਲਿਪ ਫਲॉप ਦੇ ਵਿੱਚ ਵੀ ਇਸ ਫਾਰਮ ਦੇ ਵਿੱਚ ਜਾਏਗਾ। ਜਦੋਂ ਡਾਟਾ ਜਿਹੜਾ ਅਸੀਂ ਲੈਚ ਦੇ ਵਿੱਚ ਜਿਹੜਾ ਡਾਟਾ ਉਹ ਇਸ ਤਰ੍ਹਾਂ ਨਾਲ ਜਾਏਗਾ, ਜਦੋਂ ਅਸੀਂ ਇੱਥੇ ਕਾਊਂਟ ਕਰਾਂਗੇ ਇਹਨੂੰ ਇਦਾਂ ਸੈੱਟ ਕੀਤਾ ਹੁੰਦਾ। ਇਹ ਵਾਲੇ ਕੀ ਨੇ, ਇਹ ਸਾਡੇ ਲੈਵਲ ਨੇ, ਇਹ ਵਾਲੇ ਲੈਵਲ ਨੇ। ਐਜ ਟ੍ਰਿਗਰਡ, ਐਜ ਮਤਲਬ ਇਹਦੇ ਐਜ ਤੇ ਇਹਨੇ ਉਦੋਂ ਕੰਮ ਕਰਨਾ ਹੈ ਜਦੋਂ ਇਹਨੂੰ ਐਜ ਤੇ ਸਿਗਨਲ ਮਿਲੇਗਾ। ਇਹਨੇ ਜੇ ਅਸੀਂ ਪੋਜ਼ਿਟਿਵ ਐਜ ਟ੍ਰਿਗਰ ਕਰਾਵਾਂਗੇ, ਆ ਪੋਜ਼ਿਟਿਵ ਆ, ਇਧਰ ਆ ਵਾਲਾ ਨੈਗੇਟਿਵ ਆ, ਅੱਗੇ ਫਿਰ ਪੋਜ਼ਿਟਿਵ ਸ਼ੁਰੂ ਹੋਏਗਾ, ਅੱਗੇ ਫਿਰ ਪੋਜ਼ਿਟਿਵ ਐਜ ਟ੍ਰਿਗਰ ਸ਼ੁਰੂ ਹੋਏਗਾ। ਇਹਨੇ ਇਸ ਡਿਊਰੇਸ਼ਨ ਦੇ ਵਿੱਚ ਕੰਮ ਕਰਨਾ। ਇਹਨੇ ਉਸ ਤੋਂ ਬਾਅਦ ਫਿਰ ਕੋਈ ਕੰਮ ਨਹੀਂ ਕਰੂਗਾ, ਇਹ ਵਰਕ ਨਹੀਂ ਕਰੂਗਾ ਜਦੋਂ ਤੱਕ ਇਹਨੂੰ ਨੈਕਸਟ ਜਿਹੜੀ ਆ ਐਜ ਟ੍ਰਿਗਰ ਨਹੀਂ ਮਿਲੇਗਾ। ਇਸ ਤਰ੍ਹਾਂ ਨਾਲ ਇਹਨਾਂ ਦੇ ਵਿੱਚ ਥੋੜਾ ਕਿ ਡਿਫਰੈਂਸ ਹੈਗਾ। ਅੱਗੇ ਆ SR ਲੈਚ ਵਿਦ ਨੈਂਡ ਗੇਟਸ। SR ਲੈਚ ਜਿਹੜੇ ਆ ਉਹ ਅਸੀਂ ਕੰਸਟਰਕਟ ਕਰਾਂਗੇ ਦੋ ਤਰੀਕੇ ਨਾਲ ਕਰ ਸਕਦੇ ਹਾਂ, ਇੱਕ NOR ਗੇਟ ਦੀ ਹੈਲਪ ਨਾਲ, ਦੂਸਰਾ ਅਸੀਂ NOR ਗੇਟ ਦੀ ਹੈਲਪ ਨਾਲ। ਪਰ ਮੈਂ ਜੋ ਇੱਥੇ ਕੰਸਟਰਕਟ ਕੀਤਾ, ਇਹਨੂੰ ਡਿਜ਼ਾਈਨ ਕੀਤਾ, ਉਹ ਨੈਂਡ ਗੇਟ ਦੀ ਹੈਲਪ ਨਾਲ ਡਿਜ਼ਾਈਨ ਕੀਤਾ ਲੈਚ ਨੂੰ। ਸੇਮ ਲੈਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਦੋ ਨੈਂਡ ਗੇਟ ਲਾਏ ਹੋਏ ਨੇ,
दो नैंड गेट लगा दिते असीं, ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਅਸੀਂ ਕ੍ਰੋਸ ਕਪਲਿੰਗ ਕੀਤੀ ਹੋਈ ਹੈ ਕਿ ਜਿਹੜੇ ਪਹਿਲੇ ਦੀ ਆਉਟਪੁੱਟ ਆ ਉਹ ਸੈਕਿੰਡ ਦੀ ਇਨਪੁੱਟ ਨੂੰ ਅਪਲਾਈ ਕੀਤੀ ਹੈ, ਜਿਹੜੀ ਇਹਦੀ ਆਉਟਪੁੱਟ ਸੀਗੀ ਉਹ ਅਸੀਂ ਪਹਿਲੇ ਦੀ ਇਨਪੁੱਟ ਨੂੰ ਅਪਲਾਈ ਕੀਤੀ ਹੋਈ ਆ। ਇਸ ਤਰ੍ਹਾਂ ਨਾਲ ਤੇ ਬਾਕੀ ਜਿਹੜੀਆਂ ਇਨਪੁੱਟਸ ਬਚਦੀਆਂ, ਇਹਦੀ ਜਿਹੜੀ ਆ ਇਨਪੁੱਟ ਇੱਕ ਇਹ ਵਾਲੀ ਰਹਿ ਗਈ, ਸੈਕਿੰਡ ਇਹ ਵਾਲੀ ਰਹਿ ਗਈ। ਇਹਨਾਂ ਦੇ ਨਾਮ ਅਸੀਂ ਕੀ ਦੇ ਦਾਂਗੇ, ਇੱਕ ਨੂੰ ਐਸ ਕਹਿਤਾ, ਦੂਜੇ ਨੂੰ ਆਰ ਕਹਿ ਦਿੱਤਾ। ਐਸ ਦਾ ਮਤਲਬ ਸੈੱਟ ਤੇ ਆਰ ਦਾ ਮਤਲਬ ਰੀਸੈਟ। ਸੈੱਟ ਮਤਲਬ 1 ਤੇ ਰੀਸੈਟ ਮਤਲਬ 0। here we construct NAND gate are connected at ਹਾਂ next ਦੇਖੋ ਅੱਗੇ, ਇਹ ਹੋ ਗਿਆ SR ਲੈਚ। ਹੁਣ ਫੋਰ ਐਗਜ਼ਾਮਪਲ ਇੱਥੇ ਜੇ ਸਾਡੇ ਕੋਲ ਆਉਟਪੁੱਟ 0 ਆਂਦੀ ਹੈ ਤੇ ਸਾਡੀ ਆ ਕੰਪਲੀਮੈਂਟ ਦੇ ਵਿੱਚ ਇੱਥੇ ਸਾਡੀ ਆਉਟਪੁੱਟ ਕੀ ਆਣੀ ਹੈ, 1 ਆਉਣੀ ਆ। ਜਦੋਂ ਆਉਟਪੁੱਟ 1 ਆਣੀ ਆ ਤੇ ਇਹ ਵਾਲੀ ਆਉਟਪੁੱਟ ਜਿਹੜੀ ਆ ਇਹ ਇਹਦੀ ਇਨਪੁੱਟ ਨੂੰ ਜਾਏਗੀ ਤੇ ਇਹਦੀ ਜਿਹੜੀ ਆਉਟਪੁੱਟ ਆ ਉਹ ਆਹ ਵਾਲੀ ਸੈਕਿੰਡ ਗੇਟ ਦੀ ਇਨਪੁੱਟ ਤੇ ਆਏਗੀ। ਇੱਕ ਨਾਲ ਇਹਦਾ ਮੈਂ ਟਰੂਥ ਟੇਬਲ ਸ਼ੋ ਕੀਤਾ ਹੋਇਆ ਜੋ ਅੱਗੇ ਨੈਕਸਟ ਅਸੀਂ ਐਕਸਪਲੇਨ ਕਰਦੇ ਹਾਂ। ਇਹ ਹੈਗਾ SR ਲੈਚ ਨੈਂਡ ਗੇਟ ਦੀ ਹੈਲਪ ਨਾਲ ਅਸੀਂ ਡਿਸਕਸ ਕਰ ਰਹੇ ਹਾਂ। ਕੇਸ 1 ਦੇ ਵਿੱਚ ਦੇਖੋ ਇਹਦੀ 4 ਪੋਸੀਬਿਲਿਟੀਜ਼ ਹੋਣਗੀਆਂ। ਇਹਦੀਆਂ 4 ਪੋਸੀਬਿਲਿਟੀਜ਼ ਹੋ ਜਾਣਗੀਆਂ। ਕਿਵੇਂ ਹੋ ਸਕਦਾ ਕਿ ਦੋਨੋਂ ਜਿਹੜੇ ਆ S ਜਿਹੜਾ ਹੋ ਸਕਦਾ ਦੋਨੋਂ 0 ਹੋਣ, S ਵੀ 0 ਹੋਵੇ, R ਵੀ 0 ਹੋਵੇ। ਹੋ ਸਕਦਾ S 0 ਹੋਵੇ ਤੇ R ਵੀ 0 ਹੋਵੇ। ਹੋ ਸਕਦਾ ਦੋਨੋਂ ਹੀ 1 ਹੋਣ। ਹੋ ਸਕਦਾ ਇੱਕ 0 ਹੋਵੇ ਦੂਜਾ 1 ਹੋਵੇ। ਇੱਕ ਏਦਾਂ ਵੀ ਪੋਸੀਬਿਲਿਟੀ ਹੋ ਸਕਦੀ ਕਿ ਇੱਕ 1 ਹੋਵੇ ਤੇ ਦੂਸਰਾ 0 ਹੋਵੇ। ਇਸ ਤਰ੍ਹਾਂ ਨਾਲ 4 ਪੋਸੀਬਿਲਿਟੀਜ਼ ਬਣਦੀਆਂ ਇਹਦੀਆਂ ਇਨਪੁੱਟ ਦੀਆਂ। 4 ਪੋਸੀਬਿਲਿਟੀ ਬਣਦੀਆਂ ਨੇ, ਉਹ ਅਸੀਂ ਅੱਗੇ ਨੈਕਸਟ ਡਿਸਕਸ ਕਰ ਰਹੇ ਹਾਂ। ਕਿ ਪਹਿਲੀ ਅਸੀਂ ਕਰਦੇ ਹਾਂ ਕਿ ਜੇ S ਵੀ 0 ਹੈ ਤੇ R ਵੀ ਸਾਡੇ ਕੋਲ 0 ਹੈ। ਦੇਖੋ ਫਸਟ ਕੇਸ 1 ਦੇ ਵਿੱਚ ਜੇ S ਵੀ 0 ਆ ਤੇ R ਵੀ 0 ਆ। ਇੱਥੇ ਦੇਖੋ ਅਸੀਂ ਕੀ ਕੀਤਾ ਕਿ S ਨੂੰ ਮੈਂ 0 ਕਰ ਦਿੱਤਾ, R ਨੂੰ ਮੈਂ ਕੀ ਕਰ ਦਿੱਤਾ, 0 ਕਰ ਦਿੱਤਾ। ਇੱਥੇ ਲੈਚ ਦੇ ਵਿੱਚ ਕੋਈ ਕਲੌਕ ਪਲਸ ਅਪਲਾਈ ਨਹੀਂ ਹੋਈ। ਇਹਦੇ ਵਿੱਚ ਕਲੌਕ ਪਲਸ ਜਿਹੜੀ ਅਪਲਾਈ ਨਹੀਂ ਕੀਤੀ ਜਾਂਦੀ ਲੈਚ ਦੇ ਵਿੱਚ, ਉਹ ਅਸੀਂ ਫਲਿਪ ਫਲੌਪ ਦੇ ਵਿੱਚ ਕਰਦੇ ਹਾਂ। ਹੁਣ ਲੈਚ ਦੇ ਵਿੱਚ ਜਸਟ ਆਹ ਜਿਹੜੀ ਹੈ ਨੈਂਡ ਗੇਟ ਦੇ ਵਿੱਚ, ਜੇ ਤੁਹਾਨੂੰ ਪਤਾ ਹੈ ਨੈਂਡ ਗੇਟ ਅਸੀਂ ਉਦੋਂ ਲਾਸਟ ਲੈਕਚਰ 'ਚ ਪੜ੍ਹੇ ਸੀਗੇ। ਨੈਂਡ ਗੇਟ ਜੇ ਸਾਡੇ ਕੋਲ ਇੱਕ ਵੀ ਇਨਪੁੱਟ 0 ਆ, ਇੱਥੇ ਵੀ 0 ਆ ਤੇ ਇੱਥੇ ਵੀ 0 ਹੈ। ਜੇ ਸਾਡੇ ਕੋਲ ਇੱਕ ਵੀ ਇਨਪੁੱਟ 0 ਆ ਤੇ ਆਉਟਪੁੱਟ ਕੀ ਆ ਜਾਂਦੀ ਸਾਡੇ ਕੋਲ, ਹਾਈ ਹੁੰਦੀ ਆ। ਆਉਟਪੁੱਟ ਕੀ ਆਉਂਦੀ ਆ, 1 ਆਉਂਦੀ ਆ। ਇਹਦਾ ਮਤਲਬ ਜੇ ਇੱਥੇ ਇਨਪੁੱਟ 0 ਹੈ ਤੇ ਇੱਥੇ ਆਉਟਪੁੱਟ ਕੀ ਆਏਗੀ, 1 ਆਏਗੀ। ਸਿਮਿਲਰਲੀ ਜੇ R ਦੀ ਇਨਪੁੱਟ ਵੀ R ਤੇ ਵੀ ਜੇ 0 ਹੈ ਤੇ ਇਹਦੀ ਵੀ ਆਉਟਪੁੱਟ ਕੀ ਆਏਗੀ, 1। ਕਿਉਂਕਿ ਦੋਨਾਂ ਦੇ ਵਿੱਚੋਂ ਇੱਥੇ ਦੋ ਇਨਪੁੱਟਸ ਹੈਗੀਆਂ, ਇੱਕ ਇਹ ਵਾਲੀ ਸੈਕਿੰਡ ਇਹ ਵਾਲੀ। ਇਹਨਾਂ ਦੇ ਵਿੱਚੋਂ ਇਹ ਵਾਲੀ 0 ਆ। ਇੱਕ ਵੀ ਇਨਪੁੱਟ 0 ਹੋ ਜੇ ਤਾਂ ਆਉਟਪੁੱਟ ਸਾਡੀ 1 ਆਉਣੀ ਆ ਕਿਹਦੇ ਵਿੱਚ, ਨੈਂਡ ਗੇਟ ਦੇ ਵਿੱਚ। ਆ ਮੈਂ ਟਰੂਥ ਟੇਬਲ ਵੀ ਇੱਕ ਸ਼ੋ ਕੀਤਾ ਇਸੇ ਲਈ। ਇਹ ਨੈਂਡ ਗੇਟ ਦਾ ਟਰੂਥ ਟੇਬਲ ਹੈਗਾ ਕਿ 1 ਸਾਡੇ ਕੋਲ ਕਦੋਂ ਆਣੀ ਹੈ, ਆਉਟਪੁੱਟ ਸਾਨੂੰ 1 ਮਿਲਣੀ ਉਦੋਂ ਜਦੋਂ ਇੱਕ ਵੀ ਇਨਪੁੱਟ ਸਾਡੇ ਕੋਲ ਕੋਈ ਵੀ 0 ਹੋ ਗਈ। ਤਾਂ ਦੇਖੋ ਇੱਥੇ ਦੋਨੋਂ 0 ਆ, ਇੱਥੇ ਇੱਕ 0 ਹੈ, ਇੱਥੇ ਵੀ ਇੱਕ ਇਨਪੁੱਟ 0 ਹੈਗੀ ਆ, ਇੱਥੇ ਸਾਡੇ ਕੋਲ ਕੋਈ ਵੀ ਇਨਪੁੱਟ 0 ਨਹੀਂ ਹੈਗੀ। ਸੋ ਸਾਡੀ ਆਉਟਪੁੱਟ ਇੱਥੇ ਲੋ ਆਏਗੀ। ਇਹਦਾ ਮਤਲਬ ਹਾਈ ਉਦੋਂ ਮਿਲਣੀ ਹੈ ਜਦੋਂ ਸਾਡੇ ਕੋਲ ਇਨਪੁੱਟ ਜਿਹੜੀ ਕੋਈ ਇੱਕ ਵੀ ਇਨਪੁੱਟ ਹਾਈ ਆ ਗਈ, ਲੋ ਆ ਗਈ, ਤਾਂ ਆਉਟਪੁੱਟ ਇਹਦੀ ਹਾਈ ਮਿਲੇਗੀ। ਇਸ ਤਰ੍ਹਾਂ ਨਾਲ ਕੀ ਹੋ ਗਿਆ, ਜਦੋਂ ਇੱਥੇ ਵੀ 0 ਅਪਲਾਈ ਕੀਤਾ, ਇੱਥੇ ਵੀ 0 ਅਪਲਾਈ ਕੀਤਾ, S ਤੇ ਵੀ 0, R ਤੇ ਵੀ 0। ਜੇ ਇੱਥੇ 0 ਇੱਕ ਇਨਪੁੱਟ 0 ਆ ਤੇ ਆਉਟਪੁੱਟ ਸਾਡੀ 1 ਆ ਗਈ। R ਦੀ ਇਨਪੁੱਟ 0 ਆ, ਦੋਨਾਂ ਚ ਇੱਕ ਇਨਪੁੱਟ 0 ਹੋ ਗਈ ਤਾਂ ਆਉਟਪੁੱਟ ਕੀ ਆ ਗਈ, 1 ਆ ਗਈ। ਹੁਣ ਦੇਖੋ ਇੱਥੇ ਵੀ ਆਉਟਪੁੱਟ 1 ਆ ਗਈ ਤੇ ਇੱਥੇ ਵੀ ਆਉਟਪੁੱਟ 1 ਆ ਗਈ, ਜੋ ਕਿ ਟਰੂ ਨਹੀਂ ਹੈਗਾ ਕਿਉਂਕਿ ਫਲਿਪ ਫਲੌਪ ਜਾਂ ਲੈਚ ਲਈ ਇਹ ਵੈਲਿਡ ਨਹੀਂ ਹੈਗਾ। ਕਿਉਂਕਿ ਹਮੇਸ਼ਾ ਜਿਹੜੀ ਆਉਟਪੁੱਟ ਹੈ ਉਹ ਕਿਸ ਸਟੇਟ ਦੇ ਵਿੱਚ ਆਉਂਦੀ ਹੈ, ਕੰਪਲੀਮੈਂਟ ਹੁੰਦੀ ਹੈ। ਜੇ 1 ਅਤੇ 0 ਹੋਣਾ ਚਾਹੀਦਾ ਸੀਗਾ, ਜੇ 0 ਅਤੇ 1 ਹੋਣਾ ਚਾਹੀਦਾ ਸੀ, ਬਟ ਇੱਥੇ ਕੀ ਆ ਰਿਹਾ, ਦੋਨੋਂ 1 ਆ ਗਏ ਆ। ਇਹਦਾ ਮਤਲਬ ਇਹ ਸਟੇਟ ਵੈਲਿਡ ਨਹੀਂ ਹੈਗੀ। ਇਹਨੀ ਸਟੇਟ ਨੂੰ ਅਸੀਂ ਇਨਵੈਲਿਡ ਕਹਿ ਦਿੰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਟੇਟ ਟਰੂ ਨਹੀਂ ਹੈਗੀ। ਟਰੂ ਉਦੋਂ ਹੋਣੀ ਸੀਗੀ ਜੇ ਇੱਕ ਇਨਪੁੱਟ ਜਿਹੜੀ ਹੈ ਦੂਸਰੀ ਦਾ ਕੀ ਹੁੰਦਾ, ਕੰਪਲੀਮੈਂਟ ਹੁੰਦਾ। ਪਰ ਇੱਥੇ ਦੋਨੋਂ ਕੀ ਆ ਰਹੇ ਨੇ, 1 ਆ ਰਹੇ ਨੇ। ਇੱਥੇ ਕੀ ਆ ਰਹੇ ਨੇ, ਦੋਨੋਂ 1। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ ਕਿਉਂਕਿ
S ਦੀ ਵੈਲਿਊ 0 ਆ, R ਦੀ ਵੈਲਿਊ ਵੀ 0 ਆ, ਤੇ ਨੈਂਡ ਗੇਟ ਦੇ ਵਿੱਚ ਇੱਕ ਵੀ ਇਨਪੁਟ 0 ਹੋ ਜਾਏ ਤੇ ਆਊਟਪੁੱਟ 1 ਮਿਲਣੀ ਹੈ। ਜਿੱਦਾਂ ਇੱਥੇ 0 ਆ ਗਈ, ਇੱਥੇ ਸਾਡੇ ਕੋਲ ਆਊਟਪੁੱਟ 1 ਆ ਗਈ। ਜੇ ਇੱਥੇ ਸਿਮਿਲਰਲੀ ਇੱਥੇ ਸਾਡੇ ਕੋਲ 0 ਇੱਕ ਇਨਪੁਟ ਤੇ ਆਊਟਪੁੱਟ ਫਿਰ ਸਾਡੇ ਕੋਲ 1 ਆ ਗਈ। ਇਸ ਤਰ੍ਹਾਂ ਨਾਲ ਜੋ ਕਿ ਇਹ ਪੋਸੀਬਲ ਨਹੀਂ ਹੈਗਾ, ਇਹ ਟਰੂ ਨਹੀਂ ਹੈਗਾ, ਇਹ ਵੈਲਿਡ ਨਹੀਂ ਹੈਗਾ, ਇਨਵੈਲਿਡ ਆ। ਇਸ ਕਰਕੇ ਜਦੋਂ ਵੀ S 0 ਹੋਏਗਾ ਤੇ R 0 ਹੋਏਗਾ ਤੇ ਇਹਦਾ ਮਤਲਬ ਬਹੁਤ ਇਨਪੁਟਸ ਸਾਡੀਆਂ ਕੀ ਆ ਰਹੀਆਂ ਨੇ, ਸੇਮ ਆਉਂਦੀਆਂ ਨੇ, ਤੇ ਇਸ ਸਟੇਟ ਨੂੰ ਅਸੀਂ ਕਹਿ ਦਿੰਦੇ ਆ ਫੋਰਬਿਡਨ ਸਟੇਟ ਕਹਿ ਦਿੰਦੇ ਆ, ਇਨਵੈਲਿਡ ਹੈ ਜਾਂ ਫਿਰ ਨਾਟ ਟਰੂ ਹੈ। ਇਹ ਸਟੇਟ ਜਿਹੜੀ ਸਾਡੀ ਕੀ ਆ ਜਾਂਦੀ ਆ, ਇਨਵੈਲਿਡ ਹੋ ਜਾਂਦੀ ਆ। ਆਹ ਵਾਲੀ ਅਸੀਂ ਜਿਹੜੀ ਸਟੇਟ ਹੈ, ਇਹ ਵਾਲੀ ਅਸੀਂ ਇਹਨੂੰ ਡਿਸਕਸ ਕੀਤਾ ਵਾ 0 ਤੇ ਕੀ ਆ ਗਈ ਸਾਡੀ ਸਟੇਟ, ਕੀ ਆ ਜਾਏਗੀ, ਇਨਵੈਲਿਡ। ਇਹਨੂੰ ਅਸੀਂ ਯੂਜ਼ ਨਹੀਂ ਕਰਦੇ, ਇਸ ਸਟੇਟ ਨੂੰ ਅਸੀਂ ਯੂਜ਼ ਨਹੀਂ ਕਰਦੇ। ਨੈਕਸਟ ਦੇਖਦੇ ਆ, ਨੈਕਸਟ ਸਾਡੇ ਕੋਲ ਪੋਸਿਬਿਲਿਟੀ ਅਸੀਂ ਲੈ ਲੈਂਦੇ ਆ ਕਿ S ਸਾਡੇ ਕੋਲ ਹੋ ਸਕਦਾ 0 ਤੇ R ਸਾਡੇ ਕੋਲ 1 ਹੋ ਜੇ। S ਅਸੀਂ ਲੈ ਲਿਆ 0 ਤੇ R ਸੈਕਿੰਡ ਕੇਸ ਦੇ ਵਿੱਚ ਹੋ ਸਕਦਾ R ਸਾਡੇ ਕੋਲ ਕੀ ਹੈ 1, ਇੱਥੇ 0 ਲੈ ਲੈਂਦੇ ਆ, ਇੱਥੇ 1 ਲੈ ਲਿਆ, R 1 ਲੈ ਲਿਆ। ਹੁਣ ਕੀ ਹੋਏਗਾ, ਆਹ ਵਾਲੀ ਲਈ ਹੈ ਮੈਂ, ਆਹ ਵਾਲੀ ਇਹ ਵਾਲੀ ਇਨਪੁਟ ਜਿਹੜੀ ਹੈ ਪੋਸਿਬਿਲਿਟੀ ਇਹ ਵਾਲੀ ਲਈ ਆ, S 0 ਹੈ ਤੇ R ਸਾਡਾ ਕੀ ਹੈ 1 ਹੈਗਾ। ਜਦੋਂ 0 ਆ ਫਿਰ ਉਹੀ ਆ ਗਿਆ ਕਿ ਇੱਥੇ 0 ਆ, ਜਦੋਂ ਇੱਥੇ 0 ਆ ਤੇ ਇਹ ਵਾਲੀ ਇਨਪੁਟ ਕੀ ਆਊਟਪੁੱਟ ਕੀ ਆ ਜਾਏਗੀ, ਇੱਥੇ 1। ਇਹਨੇ ਆਊਟਪੁੱਟ ਕੀ ਦੇਣੀ, ਸਾਨੂੰ 1 ਦੇਣੀ ਆ, ਕਿਉਂਕਿ ਜਦੋਂ ਵੀ ਇੱਕ ਵੀ ਇਨਪੁਟ 0 ਆ ਨੈਂਡ ਗੇਟ ਦੀ ਤੇ ਆਊਟਪੁੱਟ ਹਾਈ ਆਏਗੀ, 1 ਆਏਗੀ। ਇਹ ਵਾਲਾ 1 ਜਿਹੜਾ ਉਸ ਇਹਦੀ ਇਨਪੁਟ ਤੇ ਜਾਏਗਾ ਸੈਕਿੰਡ ਗੇਟ ਦੀ, ਕਿਉਂਕਿ ਕ੍ਰੋਸ ਕਪਲਿੰਗ ਹੋਈ ਪਈ ਹੈ। ਕ੍ਰੋਸ ਕਪਲਿੰਗ ਦੇ ਵਿੱਚ ਇਹ ਵਾਲਾ ਜਿਹੜਾ ਡਾਟਾ ਉਹ ਇੱਧਰ ਨੂੰ ਜਾਏਗਾ, ਆ 1 ਜਿਹੜਾ ਇੱਥੇ ਆ ਗਿਆ, ਇਹ ਆਲਰੇਡੀ R ਕਿੰਨਾ 1 ਹੈਗਾ, ਇਹ ਦੋਨਾਂ ਦੇ 1 1 ਹੋ ਗਿਆ। ਤੇ ਜਦੋਂ ਦੋਨੋਂ 1 1 ਹੋਣ ਤੇ ਅਸੀਂ ਇੱਥੇ ਦੇਖੀਏ, ਜਦੋਂ ਦੋਨੋਂ 1 1 ਹੋਣ ਤੇ ਨੈਂਡ ਗੇਟ ਕੀ ਆ ਜਾਂਦਾ ਸਾਡੇ ਕੋਲ, ਆਊਟਪੁੱਟ ਕੀ ਆਂਦੀ ਹੈ, 0 ਆਂਦੀ ਹੈ। ਸੋ ਦੇਖੋ ਜੇ ਸਾਡੇ ਕੋਲ ਇੱਥੇ 1 ਆਇਆ ਸੀ ਤੇ ਇੱਥੇ ਕੀ ਆ ਗਿਆ, ਸਾਡੇ ਕੋਲ 0 ਹੋ ਗਿਆ। ਇਹ ਕਦੋਂ ਹੋਇਆ, ਜਦੋਂ S ਅਸੀਂ 0 ਤੇ R ਤੇ ਕੀ ਕੀਤਾ, ਅਸੀਂ ਅਪਲਾਈ ਕੀਤਾ 1 ਅਪਲਾਈ ਕੀਤਾ ਹੋਇਆ, ਤੇ ਸਾਡੇ ਕੋਲ ਆਊਟਪੁੱਟ ਕੀ ਆ ਰਹੀ ਹੈ, ਇੱਥੇ 1 ਆ ਰਹੀ ਹੈ। ਦੂਜਾ ਆਊਟਪੁੱਟ ਦਾ ਕੰਪਲੀਮੈਂਟ ਕੀ ਆ ਰਿਹਾ ਆ, 0 ਆ ਰਿਹਾ ਆ, ਠੀਕ ਹੈ, ਜੋ ਕਿ ਟਰੂ ਹੈਗਾ। ਇਸ ਸਟੇਟ ਨੂੰ ਅਸੀਂ ਸੈਟ ਸਟੇਟ ਕਹਿ ਦਿੰਦੇ ਆ, ਇਸ ਸਟੇਟ ਨੂੰ ਅਸੀਂ ਕੀ ਕਹਿ ਦਿੰਦੇ ਆ, ਸੈਟ। ਮਤਲਬ ਸੈਟ ਸਟੇਟ ਮਤਲਬ ਕੀ ਹੈ, ਇੱਥੇ ਜਿਹੜਾ ਲੈਚ ਆ ਉਹ ਕਿਹਨੂੰ ਸਟੋਰ ਕਰੇਗਾ, 1 ਨੂੰ ਸਟੋਰ ਕਰੇਗਾ। ਉਹ ਕਿਹਨੂੰ ਸਟੋਰ ਕਰੇਗਾ, ਕਿਹੜੀ ਬਿਟ ਨੂੰ, 1, ਉਹ 1 ਨੂੰ ਸਟੋਰ ਕਰੇਗਾ। ਨੈਕਸਟ ਹੈ ਕੇਸ 3। ਹੁਣ ਮੈਂ ਲੈ ਲੈਣਾ ਕਿ ਮੰਨ ਲਓ S1 ਹੈਗਾ ਤੇ R ਜਿਹੜਾ ਸਾਡੇ ਕੋਲ 0 ਹੈ, S1 ਹੈ, R 0 ਹੈ। ਫਿਰ ਸੇਮ ਆਹ ਵਾਲੇ ਗੇਟ ਨੂੰ ਅਸੀਂ ਦੇਖੀਏ ਤੇ ਇੱਥੇ ਜੇ ਇੱਕ ਇਨਪੁਟ ਵੀ ਸਾਡੀ 0 ਹੋ ਗਈ, ਇੱਕ ਇਨਪੁਟ ਵੀ ਆ 0 ਹੋ ਗਈ, ਆਊਟਪੁੱਟ ਸਾਨੂੰ ਕੀ ਮਿਲੇਗੀ, ਹਾਈ ਮਿਲੇਗੀ। ਇਹ ਵਾਲੀ ਆਊਟਪੁੱਟ ਜਿਹੜੀ ਹੈ ਫਿਰ ਇਸ ਗੇਟ ਨੂੰ ਚਲੀ ਗਈ, ਇਹਦੀ ਇਨਪੁਟ ਨੂੰ ਚਲੀ ਗਈ। ਇਹ 1 ਇਹ ਆਲਰੇਡੀ ਐਸ ਕੀ ਰੱਖਿਆ ਸੀ 1, ਇਹ ਵੀ ਇਨਪੁਟ 1 ਹੈਗੀ ਆ, ਆ ਦੋਨੋਂ 1 1 ਹੋ ਗਈਆਂ ਤੇ ਇਹ ਕੀ ਹੋਏਗਾ, 0 ਹੋਏਗਾ। ਨੈਂਡ ਗੇਟ ਦੇ ਵਿੱਚ ਦੋਨੋਂ ਇਨਪੁਟਸ ਹਾਈ ਹੋਣਗੀਆਂ ਤਾਂ ਆਊਟਪੁੱਟ ਜਿਹੜੀ ਸਾਡੀ ਉਹ ਲੋ ਮਿਲਦੀ ਹੈ ਸਾਨੂੰ, ਇਸ ਕਰਕੇ ਲੋ ਹੋ ਗਿਆ। ਹੁਣ ਇਹਦਾ ਮਤਲਬ ਜਦੋਂ S1 ਤੇ R 0 ਆ ਤੇ ਸਾਡੇ ਕੋਲ ਆਊਟਪੁੱਟ ਕੀ ਆ ਰਹੀ ਆ, 0 ਆ ਰਹੀ ਆ, ਆਊਟਪੁੱਟ ਕੀ ਆ ਰਹੀ ਹੈ, 0। ਇਹਦਾ ਮਤਲਬ ਇਹ ਜਿਹੜਾ ਲੈਚ ਆ ਉਹ ਕਿਹੜੀ ਬਿਟ ਨੂੰ ਸਟੋਰ ਕਰੇਗਾ, 0 ਡਾਟਾ ਸਟੋਰ ਕਰੇਗਾ, 0 ਨੂੰ ਸਟੋਰ ਕਰੇਗਾ। ਇਹ ਕਿਹਨੂੰ ਸਟੋਰ ਕਰੇਗਾ, 0 ਨੂੰ ਸਟੋਰ ਕਰੇਗਾ। ਨੈਕਸਟ ਹੈ ਕੇਸ 4। ਕੇਸ 4 ਦੇ ਵਿੱਚ ਮੰਨ ਲਓ ਅਸੀਂ ਲੈ ਲੈਂਦੇ ਆ, ਕੇਸ 4 ਦੇ ਵਿੱਚ ਕੀ ਆਏਗਾ ਕਿ ਦੋਨੋਂ ਜਿਹੜੇ ਆ ਉਹ ਅਸੀਂ ਕੀ ਕਹਾਂਗੇ, 1 1 ਲੈ ਲੈਂਦੇ ਆ। S ਵੀ 1 ਹੈ, R ਵੀ 1 ਹੈ। ਇਹ ਵੀ ਪੋਸਿਬਿਲਿਟੀ ਹੋ ਸਕਦੀ ਹੈ, ਇਹ ਵਾਲੀ ਪੋਸਿਬਿਲਿਟੀ ਲੈ ਰਹੇ ਅਸੀਂ, S ਵੀ 1 ਹੈ ਤੇ R ਵੀ 1 ਹੈਗਾ। ਜਦੋਂ S1 ਹੈ ਤੇ R ਵੀ 1 ਹੈ, ਹੁਣ ਦੇਖੋ ਇਹਦੇ ਵਿੱਚ ਸਾਡੇ ਕੋਲ ਮੰਨ ਲਓ ਪ੍ਰੀਵੀਅਸ ਆਊਟਪੁੱਟ ਜਿਹੜੀ ਆ, ਮੰਨ ਲਓ ਪ੍ਰੀਵੀਅਸ ਆਊਟਪੁੱਟ ਦੇਖੋ, ਮੰਨ ਲੈਨੇ ਅਸੀਂ 0 ਹੈਗੀ ਆ। ਇੱਥੇ ਜਿਹੜੀ ਪਹਿਲਾਂ ਸਾਡੇ ਕੋਲ ਜਿਹੜਾ ਲੈਚ ਆ ਉਹਦੇ ਤੇ ਜਿਹੜੀ ਪਹਿਲਾਂ ਜਿਹੜੀ ਸਾਡੇ ਕੋਲ ਆਊਟਪੁੱਟ ਹੈ ਉਹ ਅਸੀਂ ਮੰਨ ਲੈਨੇ ਆ ਇੱਥੇ ਕੀ ਹੈ, ਸਾਡੇ ਕੋਲ 0 ਆ। ਜੇ 0 ਆ ਆਲਰੇਡੀ ਇੱਥੇ 0 ਸਟੋਰ ਹੋਇਆ ਪਿਆ ਡਾਟਾ, ਤੇ ਇੱਥੇ ਕੀ ਹੋਊਗਾ, ਉਹ 1 ਹੋਏਗਾ। ਹੁਣ ਇਹ ਵਾਲਾ ਜਿਹੜਾ 0 ਸੀਗਾ, ਇਹ ਵਾਲਾ ਜਿਹੜਾ 0 ਸੀਗਾ ਇਹਨੇ ਇਸ ਇਨਪੁਟ ਤੇ ਆ ਜਾਣਾ,
ਇੱਥੇ ਅਸੀਂ ਆਰ ਕੀ ਦਿੱਤਾ ਹੋਇਆ 1 0 1 ਕੀ ਹੋ ਜਾਏਗਾ 1 ਹੋ ਜਾਏਗਾ 0 1 ਕੀ ਹੋ ਜਾਏਗਾ 1 ਹੋ ਜਾਏਗਾ ਨੈਂਡ ਗੇਟ ਦੇ ਵਿੱਚ ਇੱਕ ਵੀ ਇਨਪੁਟ ਲੋ ਹੋਏਗੀ ਤੇ ਆउटपुट ਹਾਈ ਮਿਲਦੀ ਹੈ ਇਹ 1 ਹੋ ਜਾਏਗਾ ਇਹ ਵਾਲਾ 1 ਫਿਰ ਇਹ ਵਾਲੀ ਗੇਟ ਨੂੰ ਜਾਏਗਾ ਇਨਪੁਟ ਨੂੰ ਤੇ ਇਹ ਆਲਰੇਡੀ 1 ਹੈ S1 ਦਿੱਤਾ ਹੋਇਆ ਸੀ 1 1 ਦੋਨੋਂ ਕੀ ਹੋ ਗਏ 0 ਹੋ ਗਏ ਇੱਥੋਂ ਅਸੀਂ ਕੀ ਦੇਖਿਆ ਅਸੀਂ ਇੱਕ ਇੱਥੋਂ ਨੋਟਿਸ ਕਰਦੇ ਹਾਂ ਕਿ ਜਦੋਂ ਦੋਨੋਂ S ਵੀ 1 ਆ R ਵੀ 1 ਆ ਮੰਨ ਲਓ ਸਾਡੇ ਕੋਲ ਡਾਟਾ ਪਹਿਲਾਂ ਕੀ ਸੀਗਾ ਸਟੋਰ ਕੀ ਸੀਗਾ ਇੱਥੇ 0 ਸੀਗਾ ਤੇ ਪਹਿਲਾ ਡਾਟਾ ਕੀ ਸੀਗਾ ਸਟੋਰ ਕੀ ਸੀਗਾ 1 ਸੀਗਾ ਜੇ ਅਸੀਂ ਡਾਟਾ ਸਾਡੇ ਕੋਲ ਆਲਰੇਡੀ ਜਿਹੜਾ ਸਟੋਰ ਸੀਗਾ ਸਾਡੇ ਕੋਲ ਫਿਰ ਆउटपुट ਉਹੀ ਆਈ ਦੇਖੋ ਆउटपुट ਫਿਰ ਸਾਡੇ ਕੋਲ ਉਹੀ ਆ ਰਹੀ ਹੈ ਇਹਦਾ ਮਤਲਬ ਜਦੋਂ S1 ਜਿਹੜਾ S ਵੀ 1 R ਵੀ 1 ਆ ਤਾਂ ਜਿਹੜੀ ਸਟੇਟ ਹੈ ਜਾਂ ਜਿਹੜਾ ਡਾਟਾ ਵਾ ਉਹ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਰਹੂਗਾ ਲੈਚ ਜਿਹੜਾ ਉਹ ਪ੍ਰੀਵੀਅਸ ਸਟੇਟ ਦੇ ਵਿੱਚ ਰਹੂਗਾ ਜੋ ਪ੍ਰੀਵੀਅਸ ਮੈਮਰੀ ਹੈ ਉਹਦੇ ਵਿੱਚ ਹੀ ਰਹੂਗਾ ਜੋ ਡਾਟਾ ਆਲਰੇਡੀ ਉਹਦੇ ਵਿੱਚ ਪਿਆ ਹੋਇਆ ਸੇਮ ਡਾਟਾ ਹੀ ਸਾਨੂੰ ਸ਼ੋ ਕਰੇਗਾ ਜਿਵੇਂ 0 ਸੀਗਾ ਤਾਂ ਇੱਥੇ ਨੇ 0 ਕੀਤਾ ਇਹਦਾ ਕੰਪਲੀਮੈਂਟ 1 ਸੀਗਾ ਇੱਥੇ 1 ਸ਼ੋ ਕੀਤਾ ਹੁਣ ਮੈਂ ਮੰਨ ਕੇ ਚੱਲਦਾ ਕਿ ਇੱਥੇ ਅਸੀਂ ਮੰਨ ਲੈਂਦੇ ਆ ਕਿ ਹੁਣ ਸਾਡੇ ਕੋਲ ਆउटपुट ਹੈਗੀ ਇੱਥੇ 1 ਪਈ ਆ ਆਲਰੇਡੀ ਜੋ ਡਾਟਾ ਮੰਨ ਲਓ ਸਾਡੇ ਕੋਲ ਸਟੋਰ ਹੋਇਆ 1 ਆ ਜੇ ਇੱਥੇ ਸਟੋਰ 1 ਹੋਇਆ ਤੇ ਇਹਦਾ ਕੰਪਲੀਮੈਂਟ ਕੀ ਹੋਊਗਾ ਫਿਰ 0 ਹੋਏਗਾ ਇਹਦਾ ਕੰਪਲੀਮੈਂਟ ਕੀ ਹੋਊਗਾ 0 ਹੁਣ ਜੇ ਇਹ 0 ਆ ਤੇ ਇਹ ਵਾਲਾ 0 ਜਿਹੜਾ ਇਹਨੂੰ ਅਪਲਾਈ ਕਰ ਦਾਂਗੇ ਅਸੀਂ ਹੁਣ 0 1 ਕੀ ਹੋ ਜਾਏਗਾ ਇੱਥੇ 1 ਹੋ ਜਾਏਗਾ 0 1 ਕੀ ਹੋ ਜਾਏਗਾ 1 ਹੋਏਗਾ ਇਹ ਵਾਲਾ 1 ਜਿਹੜਾ ਉਹ ਬੈਕ ਜਿਹੜਾ ਵਾ ਉਹ ਸੈਕਿੰਡ ਗੇਟ ਨੂੰ ਮਿਲ ਜਾਏਗਾ ਆ ਕੇ ਨੈਂਡ ਗੇਟ ਨੂੰ ਜਦੋਂ 1 1 ਹੋ ਜਾਏਗਾ ਤੇ ਇਹ ਕੀ ਹੋ ਜਾਏਗਾ ਸਾਡਾ ਇਹ 0 ਹੋ ਜਾਏਗਾ ਹੁਣ ਅਸੀਂ ਫਿਰ ਦੇਖਦੇ ਹਾਂ ਕਿ ਹੁਣ ਅਸੀਂ ਕੀ ਅਪਲਾਈ ਕੀਤਾ ਸੀ ਇੱਥੇ ਅਸੀਂ ਕੀ ਮੰਨ ਕੇ ਚੱਲੇ ਆ ਕਿ ਸਾਡੇ ਕੋਲ ਜਿਹੜਾ ਡਾਟਾ ਵਾ ਉਹ ਕੀ ਹੈਗਾ ਆਲਰੇਡੀ ਕਿਸ ਫਾਰਮ ਦੇ ਵਿੱਚ ਹੈਗਾ ਕਿ ਇੱਥੇ 1 ਸਟੋਰ ਹੋਇਆ ਪਿਆ ਸੈਕਿੰਡ ਜਿਹੜਾ ਉਹਦਾ ਕੰਪਲੀਮੈਂਟ ਆ ਉਹ 0 ਸਟੋਰ ਹੋਇਆ ਪਿਆ ਤੇ ਸਾਡੇ ਕੋਲ ਫਿਰ ਕੀ ਆਇਆ ਕਿ ਜੇ 1 ਸੀਗਾ ਤੇ ਆउटपुट ਫਿਰ ਸਾਡੀ 1 ਆ ਗਈ ਤੇ ਇਹਦੀ ਜਿਹੜਾ ਕੰਪਲੀਮੈਂਟ ਆ ਉਹ 0 ਆ ਰਿਹਾ ਸੇਮ ਆ ਰਿਹਾ ਇਹਦਾ ਮਤਲਬ ਇੱਥੋਂ ਇਹ ਪ੍ਰੂਫ ਹੋ ਜਾਂਦਾ ਕਿ ਜੇ S ਦੀ ਵੈਲਿਊ 1 ਆ ਤੇ R ਦੀ ਵੈਲਿਊ 1 ਆ ਤੇ ਜਿਹੜਾ ਲੈਚ ਆ ਉਹ ਹਮੇਸ਼ਾ ਹੀ ਕੀ ਰਹੂਗਾ ਪ੍ਰੀਵੀਅਸ ਸਟੇਟ ਦੇ ਵਿੱਚ ਰਹੂਗਾ ਪ੍ਰੀਵੀਅਸ ਸਟੇਟ ਦਾ ਮਤਲਬ ਕਿ ਜੋ ਡਾਟਾ ਆਲਰੇਡੀ ਉਹਦੇ ਵਿੱਚ ਸਟੋਰ ਹੈਗਾ ਉਸੇ ਤਰ੍ਹਾਂ ਨਾਲ ਹੀ ਇਹ ਸਾਨੂੰ ਸ਼ੋ ਕਰੇਗਾ ਨੈਕਸਟ ਹੈ ਅੱਗੇ ਆ ਜਾਏਗਾ ਸਾਡੇ ਕੋਲ ਫਲਿਪ ਫਲॉप ਦੀ ਅਸੀਂ ਟਾਈਪਸ ਜਿਹੜੀਆਂ ਨੇ ਉਹ ਹੈਗੀ ਆ SR ਫਲਿਪ ਫਲॉप D ਫਲਿਪ ਫਲॉप T ਫਲਿਪ ਫਲॉप JK ਫਲਿਪ ਫਲॉप ਮਾਸਟਰ ਸਲੇਵ ਫਲਿਪ ਫਲॉप ਪਰ ਮੈਂ ਅੱਜ ਜੋ ਅਸੀਂ ਡਿਸਕਸ ਕਰਾਂਗੇ ਉਹ ਦੋ ਹੀ ਕਰਾਂਗੇ ਇੱਕ SR ਫਲਿਪ ਫਲॉप ਕਰਾਂਗੇ ਇੱਕ D ਫਲਿਪ ਫਲॉप ਕਰਾਂਗੇ ਕਿਉਂਕਿ ਇੱਕ ਅਸੀਂ ਆਲਰੇਡੀ ਲੈਚ ਕਰ ਚੁੱਕੇ ਹਾਂ ਸੋ ਇੰਨੇ ਕੁ ਟਾਈਮ ਦੇ ਵਿੱਚ ਇੱਕ 1 ਆਵਰ ਦੇ ਵਿੱਚ ਬਾਕੀ ਜਿਹੜੇ ਸਾਡੇ ਕੋਲ ਇਹ ਤਿੰਨ ਜਿਹੜੇ ਉਹ ਡਿਸਕਸ ਨਹੀਂ ਹੋਣੇ ਸੀਗੇ ਮੈਂ ਨੈਕਸਟ ਲੈਕਚਰ ਵਿੱਚ ਕਰ ਦੂੰਗਾ ਡਿਸਕਸ ਹੁਣ ਅਸੀਂ ਪੜਾਂਗੇ ਪਹਿਲਾਂ SR ਫਲਿਪ ਫਲॉप ਕੀ ਹੈਗਾ SR ਫਲਿਪ ਫਲॉप ਦੀ ਦੇਖੋ ਪਹਿਲਾਂ ਕੀ ਹੈ ਇਹ ਫਲਿਪ ਫਲॉप is a sequential circuit with two stable states that can be used to store binary data ਇੱਕ sequential circuit ਹੈ sequential circuit ਹੁੰਦਾ ਇੱਕ ਜਿਹੜਾ ਮੈਮਰੀ ਡਿਵਾਈਸ ਹੁੰਦਾ ਇਹ ਇੱਕ ਮੈਮਰੀ ਡਿਵਾਈਸ ਹੈ ਜਿਹਦੀਆਂ ਕਿ ਦੋ ਸਟੇਬਲ ਸਟੇਟਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਬਾਈਨਰੀ ਡਾਟਾ ਸਟੋਰ ਕਰਨ ਲਈ ਯੂਜ਼ ਕਰਦੇ ਹਾਂ ਬਾਈਨਰੀ ਡਾਟਾ ਮਤਲਬ 0 ਔਰ 1 ਬਾਈਨਰੀ ਡਾਟਾ ਕਿਸ ਫਾਰਮ 'ਚ ਹੁੰਦਾ 0 ਤੇ 1 ਦੀ ਫਾਰਮ ਦੇ ਵਿੱਚ ਹੁੰਦਾ ਨੈਕਸਟ ਹੈਗਾ ਕਿ ਫਲਿਪ ਫਲॉप ਦੀਆਂ ਸਾਡੇ ਕੋਲ ਦੋ ਆਊਟਪੁੱਟਸ ਹੁੰਦੀਆਂ ਜਿਵੇਂ ਕਿ ਲੈਚ ਦੇ ਵਿੱਚ ਸੀਗੀਆਂ ਜਿਹੜੀ ਇੱਕ ਉਹ ਨਾਰਮਲ ਹੁੰਦੀ ਹੈ ਤੇ ਦੂਜੀ ਉਹਦਾ ਕੀ ਹੁੰਦਾ ਕੰਪਲੀਮੈਂਟ ਹੁੰਦਾ ਇੱਕ ਨਾਰਮਲ ਹੁੰਦੀ ਹੈ ਸੈਕਿੰਡ ਉਹਦਾ ਕੰਪਲੀਮੈਂਟ ਹੁੰਦਾ ਜਿਹੜਾ ਸਟੋਰਡ ਡਾਟਾ ਵਾ ਉਹ ਅਸੀਂ ਚੇਂਜ ਕਰ ਸਕਦੇ ਹਾਂ ਕਿਵੇਂ ਚੇਂਜ ਕਰ ਸਕਦੇ ਹਾਂ ਬਾਈ ਅਪਲਾਈਂਗ ਵੇਰਿੰਗ ਇਨਪੁਟਸ next each flip flop can store one bit of data a combination of number of flip flops will produce some amount of memory ਮਤਲਬ ਕੀ ਹੋ ਗਿਆ ਕਿ ਜਿਹੜਾ ਇੱਕ ਫਲਿਪ ਫਲॉप ਹੈ ਉਹ ਇੱਕ ਫਲਿਪ ਫਲॉप ਹੈ ਉਹ ਇੱਕ ਹੀ ਬਿਟ ਨੂੰ ਸਟੋਰ ਕਰੇਗਾ ਜੇ ਅਸੀਂ ਦੋ ਫਲਿਪ ਫਲॉप ਲਗਾਵਾਂਗੇ ਜੇ ਤੇ ਦੋ ਬਿਟ ਨੂੰ ਸਟੋਰ ਕਰੇਗਾ ਜੇ ਅਸੀਂ ਤਿੰਨ ਲਗਾਵਾਂਗੇ ਤਾਂ ਤਿੰਨ ਨੂੰ ਸਟੋਰ ਕਰੇਗਾ ਜੇ ਚਾਰ ਨੂੰ ਤਾਂ ਫਿਰ 4 ਬਿਟ ਨੂੰ ਸਟੋਰ ਕਰੇਗਾ ਇਹਦਾ ਮਤਲਬ ਜਿੰਨੇ ਬਿਟ ਸਟੋਰ ਕਰਨੇ ਆ ਉਹਨੇ ਸਾਨੂੰ ਫਲਿਪ ਫਲॉप ਰਿਕੁਆਇਰਡ ਆ ਉਹਨੇ ਫਲਿਪ ਫਲॉप ਸਾਨੂੰ
ਚਾਹੀਦੇ ਨੇ। ਤੇ ਇਹ ਅਸੀਂ ਸਰਕਟ ਕਿਵੇਂ ਡਿਜ਼ਾਈਨ ਕਰਦੇ ਆ, ਜਿਵੇਂ ਅਸੀਂ ਲੈਚ ਨੂੰ ਡਿਜ਼ਾਈਨ ਕੀਤਾ ਉਵੇਂ ਅਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹਾਂ ਨੈਂਡ ਗੇਟ ਨਾਲ ਜਾਂ ਫਿਰ ਨੌਰ ਗੇਟ ਨਾਲ। ਨੈਕਸਟ ਦੇਖੋ ਕੰਸਟਰਕਸ਼ਨ SR ਫਲਿਪ ਫਲॉप ਦੀ। ਇਹਨੂੰ ਅਸੀਂ ਕਿਵੇਂ ਕੰਸਟਰਕਟ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ। ਕਿਵੇਂ, ਜਾਂ ਤਾਂ ਨੌਰ ਲੈਚ ਦਾ ਬਾਈ ਯੂਜ਼ਿੰਗ ਨੌਰ ਲੈਚ, ਜਾਂ ਫਿਰ ਬਾਈ ਯੂਜ਼ਿੰਗ ਨੈਂਡ ਲੈਚ। SR ਫਲਿਪ ਫਲॉप ਦਾ SR ਦਾ ਲੌਜਿਕ ਸਿੰਬਲ ਜਿਹੜਾ ਉਹ ਮੈਂ ਤੁਹਾਨੂੰ ਇੱਧਰ ਸ਼ੋ ਕੀਤਾ ਪਿਆ। ਇਹਦੇ ਵਿੱਚ ਦੇਖੋ ਲੌਜਿਕ ਸਿੰਬਲ, ਇੱਕ ਇਨਪੁਟ ਇਹਦੀ S ਆ, ਦੂਜੀ R ਹੈ। ਇੱਕ ਐਕਸਟਰਾ ਜਿਹੜੀ ਆ ਇਨਪੁਟ ਅਸੀਂ ਦੇ ਦਿੰਦੇ ਆ ਕਲੌਕ, ਜਿਹੜਾ ਇੱਕ ਅਸੀਂ ਇਹਦੇ ਤੇ ਕਲੌਕ ਸਿਗਨਲ ਅਪਲਾਈ ਕਰਦੇ ਆ। ਇੱਕ ਐਕਸਟਰਾ ਇਨਪੁਟ ਹੁੰਦੀ ਹੈ ਜੋ ਲੈਚ ਦੇ ਵਿੱਚ ਨਹੀਂ ਹੁੰਦੀ ਅਪਲਾਈ ਹੁੰਦੀ। ਆਊਟਪੁੱਟ ਇਦਾਂ ਸੇਮ ਹੀ ਆ, ਦੋਨੋਂ AC ਚਲਾ ਲਓ, ਦੋਨੋਂ ਸੇਮ ਹੈ। ਆਊਟਪੁੱਟ ਵੀ ਉਸੇ ਤਰ੍ਹਾਂ ਹੀ ਹੈ, ਦੋ ਆਊਟਪੁੱਟਸ ਹੈ। ਇੱਕ ਆਊਟਪੁੱਟ ਜਿਹੜੀ ਆ ਉਹ ਨਾਰਮਲ ਹੋਏਗੀ, ਦੂਜੀ ਆਊਟਪੁੱਟ ਉਹਦਾ ਇਨਵਰਟ ਹੋਏਗੀ। ਇਨਵਰਟ ਮਤਲਬ ਕੰਪਲੀਮੈਂਟ ਹੋਏਗੀ। ਇਹਦਾ ਸਕੈਮੈਟਿਕ ਡਾਇਗਰਾਮ ਹੈ ਬਣਾਇਆ ਹੋਇਆ, ਦੇਖੋ ਇਹ ਸੇਮ ਹੀ ਆ ਵਾਲਾ ਇੱਥੋਂ ਤੱਕ। ਇਹ ਸਾਡਾ ਕੀ ਹੈ, ਲੈਚ ਹੈਗਾ ਸੀਗਾ SR ਲੈਚ ਜੋ ਅਸੀਂ ਹੁਣੇ ਸਟੱਡੀ ਕੀਤਾ, ਤੇ ਇਹਦੇ ਵਿੱਚ ਅਸੀਂ ਇੱਕ ਐਕਸਟਰਾ ਜਿਹੜੇ ਦੋ ਨੈਂਡ ਗੇਟ ਜਿਹੜੇ ਉਹ ਅਸੀਂ ਅਪਲਾਈ ਕੀਤੇ ਹੋਏ ਆ। ਇੱਕ ਇਹ ਗੇਟ, ਦੂਜਾ ਇਹ ਵਾਲਾ ਗੇਟ। ਇਹਨਾਂ ਨੂੰ ਅਸੀਂ ਕਿੱਦਾਂ ਅਪਲਾਈ ਕੀਤਾ, ਇਹਨਾਂ ਨੂੰ ਅਸੀਂ ਦੋਨਾਂ ਦੀਆਂ ਜਿਹੜੀਆਂ ਇਨਪੁਟਸ ਹੈ, ਇੱਕ ਇੱਕ ਇਨਪੁਟਸ ਦੋਨਾਂ ਦੇ ਲੈ ਕੇ ਅਸੀਂ ਉਹਨਾਂ ਨੂੰ ਕਾਮਨ ਕਰਕੇ ਤੇ ਉੱਥੇ ਅਸੀਂ ਕਲੌਕ ਸਿਗਨਲ ਜਿਹੜਾ ਇਹ ਵਾਲਾ ਕਲੌਕ ਇਨਪੁਟ ਆ ਉਹ ਅਪਲਾਈ ਕਰ ਦਿੰਦੇ ਆ। ਤੇ ਬਾਕੀ ਨੇ ਜਿਹੜੀਆਂ ਦੋ ਇਨਪੁਟਸ ਆ ਅਸੀਂ ਉਹਨੂੰ ਇੱਕ ਨੂੰ S ਦਾ ਨਾਮ ਦੇ ਦਿੰਦੇ ਆ, ਦੂਜੇ ਨੂੰ R ਦਾ ਨਾਮ ਦੇ ਦਿੰਦੇ ਆ। ਨੈਕਸਟ SR ਫਲਿਪ ਫਲॉप ਦੀ ਐਕਸਪਲੇਨੇਸ਼ਨ ਹੈ, ਥੋੜੀ ਦੇਖੋ ਧਿਆਨ ਨਾਲ ਦੇਖਣਾ ਥੋੜਾ। ਇਹ ਥੋੜਾ ਕੁ ਮੈਂ ਕੈਲਕੂਲੇਸ਼ਨ ਕੀਤੀ ਹੋਈ ਹੈ, ਇੱਕ ਆਪ ਕੀਤੀ ਸੀਗੀ, ਮੈਂ ਦੇਖਣਾ ਜਰਾ। ਆ ਸੇਮ ਜਿਹੜਾ ਇਹ ਨੈਂਡ ਲੈਚ ਹੈ, ਇੱਥੋਂ ਤੱਕ ਸਾਡਾ ਕੀ ਹੈ, ਇਹ ਨੈਂਡ ਲੈਚ ਹੈ। ਇਹ ਇੱਕ ਨਾਲ ਕੀ ਲਗਾਏ ਅਸੀਂ, ਦੋ ਫਲਿਪ ਫਲॉप ਲਗਾਏ, ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਸਾਡਾ ਕੀ ਬਣ ਗਿਆ, ਫਲਿਪ ਫਲॉप ਬਣ ਗਿਆ। ਜਦੋਂ ਫਲਿਪ ਫਲॉप ਬਣ ਗਿਆ, ਹੁਣ ਦੇਖੋ ਜਿਹੜੀ ਇੱਥੇ ਸਾਡੀ ਆਊਟਪੁੱਟ, ਇੱਥੇ ਜਿਹੜੀ ਆਊਟਪੁੱਟ ਸਾਨੂੰ ਕੀ ਮਿਲਣੀ ਆ, ਆ ਲੈਚ ਆ ਸਾਡਾ, ਆ ਲੈਚ ਹੈ, ਆ ਲੈਚ ਦੀਆਂ ਇਨਪੁਟਸ ਹੈਗੀਆਂ ਨੇ ਆ ਵਾਲੀਆਂ S1 S' ਤੇ R'। ਇਹ ਕਿੰਨੀਆਂ ਹੈ, ਇਨਪੁਟਸ ਹੈਗੀਆਂ ਨੇ ਲੈਚ ਦੀਆਂ। ਪਰ ਇੱਥੇ ਆ ਕੇ ਇਹ ਕੀ ਬਣਦੀ ਪਈ, ਇਹਦੀ ਆਊਟਪੁੱਟ ਬਣਦੀ ਪਈ ਹੈ, ਇਹ ਵਾਲੇ ਗੇਟ ਦੀ ਆਊਟਪੁੱਟ ਬਣਦੀ ਪਈ ਹੈ ਇੱਥੋਂ, ਤੇ ਇਹ ਵਾਲੇ ਗੇਟ ਦੀ, ਦੂਜੇ ਗੇਟ ਦੀ ਵੀ ਇਹ ਵਾਲੀ ਆਊਟਪੁੱਟ ਜਿਹੜੀ ਆ ਉਹ ਇਹਦੀ ਇਨਪੁਟ ਬਣ ਜਾਏਗੀ। ਹੁਣ S1 ਦਾ ਮਤਲਬ ਕੀ ਆ, S1 ਇੱਕ ਆ ਵਾਲੀ ਇਨਪੁਟ ਹੈ, ਇਹ ਵਾਲੀ, ਤੇ ਇੱਕ ਇੱਥੇ ਕੀ ਆ ਰਹੀ ਆ, ਕਲੌਕ ਆ ਰਹੀ ਹੈ। ਦੇਖੋ ਦੋ ਇਨਪੁਟਸ ਹੈਗੀਆਂ ਨੇ, ਦੋ ਇਨਪੁਟਸ ਹੈਗੀਆਂ ਨੇ, ਇੱਕ S ਦੂਜੀ ਕਲੌਕ। ਤੇ ਨੈਂਡ ਗੇਟ ਦੇ ਵਿੱਚ ਕੀ ਆਏਗਾ, S' ਜਿਹੜਾ ਆ, S' ਕੀ ਆ ਜਾਏਗਾ ਸਾਡੇ ਕੋਲ, S' ਜਿਹੜਾ ਉਹ ਕੀ ਆਏਗਾ, ਉਹ ਆ ਜਾਏਗਾ ਸਾਡੇ ਕੋਲ S ਡਾਟ ਕਲੌਕ, S ਡਾਟ ਕਲੌਕ, S ਡਾਟ ਕਲੌਕ ਦਾ ਕੰਪਲੀਮੈਂਟ। ਕਿਉਂਕਿ ਨੈਂਡ ਗੇਟ ਦੇ ਵਿੱਚ ਕੀ ਹੁੰਦਾ, ਨੈਂਡ ਗੇਟ ਦੇ ਵਿੱਚ ਸਾਡੇ ਕੋਲ ਇਹ ਹੁੰਦਾ ਕਿ ਜਿਹੜਾ ਨੈਂਡ ਗੇਟ ਦੀ ਆ ਆਊਟਪੁੱਟ ਕੀ ਆਉਂਦੀ ਹੈ, ਸਾਡੇ ਕੋਲ ਜਿਹੜੀਆਂ ਇਨਪੁਟਸ ਹੁੰਦੀਆਂ ਉਹਨਾਂ ਦਾ ਜਿਹੜਾ ਡਾਟ ਦੇ ਵਿੱਚ ਉਹਨਾਂ ਦਾ ਅਸੀਂ ਕੰਪਲੀਮੈਂਟ ਕਰ ਦਿੰਦੇ ਆ। S' ਕੀ ਹੋਊਗਾ, RS ਪਲੱਸ ਕਲੌਕ ਪਲਸ, ਜਿਹੜੀ ਇਹ ਵਾਲੀ ਕਲੌਕ ਪਲਸ। ਇੱਥੇ ਹੁਣ ਮੈਂ ਸ਼ੋ ਕੀਤਾ ਪਿਆ ਵੀ S' ਕੀ ਆ ਗਿਆ ਸਾਡਾ, S ਡਾਟ ਕਲੌਕ, ਨਾਲ ਉਹਦਾ ਕੀ ਆ ਗਿਆ, ਸਾਰੇ ਦਾ ਹੋਲ ਕੰਪਲੀਮੈਂਟ ਆ ਗਿਆ। ਅੱਗੇ ਡੀ ਮੋਰਗਨ ਥਿਊਰਮਸ ਦੇ ਅਕੋਰਡਿੰਗ, ਅਸੀਂ ਕੀ ਕਰਦੇ ਆ ਕਿ ਇੱਥੇ ਜਿਹੜਾ ਆ ਸੈਂਟਰ ਵਾਲਾ ਸਾਹ ਵਾਲਾ ਸਾਈਨ ਆ ਜਿਹੜਾ, ਇਹ ਮਲਟੀਪਲਾਈ ਦਾ ਹੁੰਦਾ। ਇਹਦੇ ਵਿੱਚ ਅਸੀਂ ਜਿਹੜਾ ਡਾਟ ਹੈ ਇਹ ਮੀਨਸ ਕੀ ਹੈ, ਮਲਟੀਪਲਾਈ ਹੈ। ਇਹ ਕੀ ਕਰਦਾ, ਇਹ ਐਡੀਸ਼ਨ ਹੋ ਜਾਊਗਾ, ਸਾਈਨ ਚੇਂਜ ਕਰ ਦਿੰਦਾ, ਤੇ ਇਹਨਾਂ ਦੇ ਕੰਪਲੀਮੈਂਟ ਜਿਹੜੇ ਆ ਉਹ ਅਲੱਗ-ਅਲੱਗ ਹੋ ਜਾਂਦੇ। S ਦਾ ਕੰਪਲੀਮੈਂਟ ਹੋ ਜਾਏਗਾ, ਕਲੌਕ ਦਾ ਕੰਪਲੀਮੈਂਟ ਹੋ ਗਿਆ। ਇਹਨੂੰ ਮੈਂ ਇਕੁਏਸ਼ਨ 1 ਮੰਨ ਲੈਣਾ। ਹੁਣ ਜਿਹੜੀ ਸਾਡੇ ਕੋਲ R ਤੇ ਇੱਥੇ ਆਉਣੀ ਆ ਜਿਹੜੀ ਇਨਪੁਟ, ਇੱਥੇ ਸਾਡੇ ਕੋਲ ਕੀ ਆ ਰਿਹਾ, ਇੱਕ ਤਾਂ R ਆਏਗਾ ਸਾਡੇ ਕੋਲ ਇੱਥੇ, ਇੱਕ ਤਾਂ R ਆਇਆ, ਦੂਜਾ ਕਲੌਕ ਜਿਹੜੀ ਆ ਉਹ ਇੱਥੇ ਵੀ ਆ ਰਹੀ ਆ। ਇਹਦਾ ਮਤਲਬ ਇਹਦੀ ਆਊਟਪੁੱਟ ਕੀ ਹੋਊਗੀ, R ਇੰਟੂ ਕਲੌਕ, R ਇੰਟੂ ਕਲੌਕ, ਨਾਲ ਕੀ ਆ ਜਾਏਗਾ ਇਹਦਾ ਹੋਲ ਕੰਪਲੀਮੈਂਟ। ਸੇਮ ਮੈਂ ਇਸੇ ਤਰ੍ਹਾਂ ਹੀ ਲਿਖਿਆ ਹੋਇਆ, R ਕੰਪਲੀਮੈਂਟ R' ਜਿਹੜਾ ਉਹ R
ਡਾਟ ਕਲੌਕ ਦਾ ਹੋਲ ਕੰਪਲੀਮੈਂਟ ਹੈ। ਨੈਕਸਟ ਸਿਮਿਲਰਲੀ ਫਿਰ ਅਸੀਂ ਕਰ ਸਕਦੇ ਹਾਂ ਡੀ ਮੋਰਗਨ ਥਿਊਰਮ ਦੇ ਅਕੋਰਡਿੰਗ ਹੁੰਦਾ ਕਿ ਜਦੋਂ ਇਹ ਇਸ ਤਰ੍ਹਾਂ ਦੀ ਫਾਰਮ ਦੇ ਵਿੱਚ ਤਾਂ ਅਸੀਂ ਇਸ ਨੂੰ ਸਾਈਨ ਚੇਂਜ ਕਰ ਦਿੰਦੇ ਆ ਤੇ ਇਹਨਾਂ ਦੇ ਇੰਡੀਵਿਜੂਅਲ ਜਿਹੜੇ ਆ ਅਲੱਗ-ਅਲੱਗ ਅਸੀਂ ਜਿਹੜੇ ਇਹਨਾਂ ਦੇ ਕੰਪਲੀਮੈਂਟ ਕਰ ਦਿੰਦੇ ਆ। ਆਰ ਦਾ ਕੰਪਲੀਮੈਂਟ ਅਲੱਗ ਹੋ ਜਾਏਗਾ, ਕਲੌਕ ਦਾ ਕੰਪਲੀਮੈਂਟ ਅਲੱਗ ਹੋਏਗਾ। ਇਹਨੂੰ ਮੈਂ ਇਕੁਏਸ਼ਨ ਨੰਬਰ ਸੈਕਿੰਡ ਮੰਨ ਲਿਆ। ਹੁਣ ਅਸੀਂ ਮੰਨ ਲੈਂਦੇ ਆ ਕਿ ਸਾਡੇ ਕੋਲ ਇੱਥੇ ਕਲੌਕ ਜਿਹੜਾ ਸਾਡੇ ਕੋਲ ਕੀ ਹੈਗਾ, 0 ਹੈਗਾ। ਮੰਨ ਲੈਂਦੇ ਆ ਕਲੌਕ 0 ਹੈ। ਅਸੀਂ ਕੀ ਮੰਨਿਆ, ਕਲੌਕ 0 ਹੈ। ਤਾਂ ਫਿਰ ਐਸ ਡੈਸ਼ ਦੀ ਵੈਲਿਊ ਕੀ ਹੋਏਗੀ? ਆ ਇਕੁਏਸ਼ਨ 1 ਤੋਂ ਐਸ ਡੈਸ਼ ਦੀ ਵੈਲਿਊ ਦੇਖੋ ਠੀਕ ਹੋਏਗਾ, ਐਸ ਡੈਸ਼ ਪਲੱਸ ਕਲੌਕ ਅਸੀਂ ਕਿੰਨਾ ਲਿਆ ਹੋਇਆ, ਕਲੌਕ ਕਿੰਨਾ ਲਿਆ 0, ਕਲੌਕ ਕਿੰਨਾ ਲਿਆ ਅਸੀਂ 0 ਲਿਆ ਤੇ 0 ਲਿਆ ਤੇ 0 ਦਾ ਕੰਪਲੀਮੈਂਟ ਕਿੰਨਾ ਆ ਜਾਏਗਾ? ਜਦੋਂ ਕਲੌਕ ਅਸੀਂ 0 ਲਿਆ ਤੇ 0 ਦਾ ਕੰਪਲੀਮੈਂਟ ਕਿੰਨਾ ਆ ਜਾਏਗਾ? 1। ਇਹਦਾ ਮਤਲਬ ਇੱਥੇ ਹੀ ਕਿਹਾ ਜਾਏਗਾ ਐਸ ਡੈਸ਼ ਪਲੱਸ 1 ਤੇ ਐਸ ਡੈਸ਼ ਪਲੱਸ 1 ਕੀ ਆਏਗਾ ਸਾਡੇ ਕੋਲ? 1 ਆ ਜਾਏਗਾ। ਕਿਉਂ 1 ਕਿਉਂ ਆਏਗਾ? ਐਸ ਚਾਹੇ ਇੱਥੇ 0 ਲੈ ਲਓ ਜਾਂ 1 ਲੈ ਲਓ, ਐਸ 0 ਲੈ ਲਈਏ 0 ਪਲੱਸ 1 ਵੀ ਕੀ ਹੋਏਗਾ? 1 ਹੁੰਦਾ। 0 ਪਲੱਸ 1 ਕੀ ਹੁੰਦਾ? 1 ਹੁੰਦਾ ਬਾਈਨਰੀ ਦੇ ਵਿੱਚ, ਬਾਈਨਰੀ ਐਡੀਸ਼ਨ ਦੇ ਵਿੱਚ। ਤੇ 1 ਪਲੱਸ 1 ਵੀ ਕੀ ਹੁੰਦਾ? ਅਸੀਂ ਕੀ ਲੈ ਲੈਂਦੇ ਆ? 1 ਪਲੱਸ 1 ਵੀ ਕੀ ਲੈ ਲੈਂਦੇ ਆ? ਅਸੀਂ 1 ਲੈ ਕੇ ਚੱਲਦੇ ਆ। 1 ਪਲੱਸ 1 ਵੈਸੇ ਹੁੰਦਾ ਜਦੋਂ ਅਸੀਂ, ਮੈਂ ਤੁਹਾਨੂੰ ਲਾਸਟ ਲੈਕਚਰ 'ਚ ਦੱਸਿਆ ਸੀਗਾ, ਇਹ ਹੁੰਦਾ 1 0, ਬਟ ਅਸੀਂ ਆ 0 ਸਾਡਾ ਕੈਰੀ ਹੁੰਦਾ ਤੇ 1 ਸਾਡਾ ਸਮ ਹੁੰਦਾ। ਕੈਰੀ ਇੱਥੇ 0 ਅਸੀਂ ਇਹਨੂੰ ਲੈਂਦੇ ਨਹੀਂ ਆ, ਇਸ ਲਈ 1 ਪਲੱਸ 1 ਅਸੀਂ ਕੀ ਲੈ ਕੇ ਚੱਲਦੇ ਆ? 1। ਇਸ ਲਈ ਐਸ ਦੀ ਵੈਲਿਊ ਕੋਈ ਵੀ ਹੋਵੇ, ਚਾਹੇ 0 ਜਾਂ 1 ਹੋਵੇ, ਠੀਕ ਹੈ, ਉਹ ਕੀ ਰਹੇਗਾ ਸਾਡਾ 1 ਪਲੱਸ 1, ਫਿਰ ਵੀ ਸਾਡਾ 1 ਹੀ ਆਣਾ। 0 ਪਲੱਸ 1 ਫਿਰ ਵੀ ਕੀ ਆਏਗਾ? 1। ਇਸ ਲਈ ਐਸ ਡੈਸ਼ ਐਸ ਬਾਰ ਪਲੱਸ 1 ਉਹਦੀ ਵੈਲਿਊ ਕੀ ਆਏਗੀ? 1 ਆਏਗੀ। ਸਿਮਿਲਰਲੀ ਆਰ ਡੈਸ਼ ਸੈਕੰਡ ਇਕੁਏਸ਼ਨ ਤੋਂ ਕਲੌਕ ਅਸੀਂ 0 ਲਿਆ ਹੋਇਆ, ਜੇ ਕਲੌਕ 0 ਆ ਤੇ 0 ਦਾ ਕੰਪਲੀਮੈਂਟ ਕੀ ਹੋ ਜਾਏਗਾ? 1। ਇਹਦਾ ਮਤਲਬ ਕੀ ਆ ਜਾਏਗਾ? ਆਰ ਬਾਰ ਪਲੱਸ 1, ਆਰ ਬਾਰ ਪਲੱਸ 1। ਸੇਮ ਜਿੱਦਾਂ ਅਸੀਂ ਇੱਥੇ ਕੀਤਾ, ਆਰ ਦੀ ਵੈਲਿਊ ਕੋਈ ਵੀ ਹੋਵੇ ਤਾਂ ਇੱਥੇ ਆਰ ਡੈਸ਼ ਜਿਹੜਾ ਉਹ ਸਾਡੇ ਕੋਲ ਕੀ ਆਏਗਾ? 1 ਆਏਗਾ। ਇਹਦਾ ਮਤਲਬ ਜਦੋਂ ਕਲੌਕ ਲੋ ਆ, ਸਾਡੀ ਕਲੌਕ 0 ਹੈ, ਤਾਂ ਮੈਂ ਟਰੁਥ ਟੇਬਲ ਸ਼ੋ ਕੀਤਾ ਵੀ ਕਲੌਕ ਜਦੋਂ 0 ਹੈ, ਐਸ ਦੀ ਵੈਲਿਊ ਡੋਂਟ ਕੇਅਰ ਕੰਡੀਸ਼ਨ 'ਚ ਮੈਂ ਲਿਖਤੀ ਹੈ। ਇਹਦਾ ਮਤਲਬ ਕੀ ਹੈ? ਡੋਂਟ ਕੇਅਰ, ਡੋਂਟ ਕੇਅਰ ਆ ਕ੍ਰਾਸ ਕੀਤਾ, ਡੋਂਟ ਕੇਅਰ। ਡੋਂਟ ਕੇਅਰ ਮਤਲਬ ਵੈਲਿਊ ਐਨੀ ਹੋਵੇ, 0 ਹੋਵੇ ਜਾਂ 1 ਹੋਵੇ, ਤਾਂ ਜਿਹੜਾ ਸਾਡਾ ਲੈਚ ਆ ਦੇਖੋ ਜਦੋਂ 1 1 ਹੈ, ਜਦੋਂ 1 1 ਹੈ, ਜਦੋਂ ਇੱਥੇ ਸਾਡੇ ਕੋਲ ਕੀ ਆਇਆ? ਐਸ ਵੀ 1 ਹੋ ਗਿਆ ਤੇ ਇੱਥੇ ਵੀ ਸਾਡੇ ਕੋਲ ਇੱਕ ਵੈਲਿਊ ਕੀ ਆ ਗਈ? 1 ਆ ਗਈ। ਜਦੋਂ ਦੋਨੋਂ 1 1 ਆ ਤੇ ਐਸ ਆਰ ਲੈਚ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ 1 1 ਦੋਨੋਂ ਇਨਪੁਟਸ 1 1 ਹੁੰਦੀਆਂ ਸੀਗੀਆਂ ਤਾਂ ਜਿਹੜੀ ਆਉਟਪੁੱਟ ਆ ਸਾਡੀ ਪ੍ਰੀਵੀਅਸ ਸਟੇਟ ਦੇ ਵਿੱਚ ਆਉਂਦੀ ਸੀਗੀ। ਇਸ ਲਈ ਇਹ ਜਦੋਂ ਵੀ ਕਲੌਕ 0 ਹੋਏਗਾ, ਐਸ ਆਰ ਦੀ ਵੈਲਿਊ ਕੋਈ ਵੀ ਹੋਵੇ, 0 ਹੋਵੇ ਜਾਂ 1 ਹੋਵੇ, ਤਾਂ ਜਿਹੜਾ ਆਉਟਪੁੱਟ ਸਾਡਾ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗਾ, ਮਤਲਬ ਮੈਮਰੀ ਸਟੇਟ ਦੇ ਵਿੱਚ ਕੰਮ ਕਰੇਗਾ। ਜੋ ਮਤਲਬ ਜਿੱਦਾਂ ਅਸੀਂ ਲੈਚ ਦੇ ਵਿੱਚ ਆਲਰੇਡੀ ਪੜ ਚੁੱਕੇ ਹਾਂ। ਹੁਣ ਮੰਨ ਲਓ ਕਲੌਕ ਅਸੀਂ 1 ਅਪਲਾਈ ਕਰ ਦਿੰਦੇ ਆ, ਕਲੌਕ ਅਸੀਂ 1 ਅਪਲਾਈ ਕੀਤੀ ਹੈ, ਕਲੌਕ ਅਸੀਂ ਇੱਥੇ 1 ਅਪਲਾਈ ਕਰ ਦਿੰਦੇ ਆ। ਹੁਣ ਇੱਥੇ ਵੀ 1 ਆ ਗਿਆ, ਇਸ ਗੇਟ ਤੇ ਵੀ 1 ਆ ਗਿਆ ਤੇ ਇਸ ਗੇਟ ਤੇ ਵੀ 1 ਆ ਗਿਆ। ਜਦੋਂ ਇੱਥੇ 1 ਆ ਗਿਆ ਤੇ ਐਸ ਡੈਸ਼ ਇੱਥੋਂ ਕੀ, ਐਸ ਬਾਰ ਕੀ ਹੋ ਜਾਊਗਾ? ਸੌਰੀ, ਐਸ ਬਾਰ ਕੀ ਹੋ ਜਾਏਗਾ? ਐਸ ਬਾਰ ਇਕੁਅਲ ਟੂ ਐਸ ਪਲੱਸ 1 1 ਕਲੌਕ ਕੀ ਲਈ ਹੈ ਹੁਣ ਅਸੀਂ? 1 ਤੇ 1 ਦਾ ਕੰਪਲੀਮੈਂਟ ਕੀ ਆ ਜਾਊਗਾ? 0 ਹੁੰਦਾ। ਐਸ ਬਾਰ ਪਲੱਸ 0 ਕੀ ਹੋ ਜਾਏਗਾ? ਐਸ ਬਾਰ ਆ ਜਾਏਗਾ। ਸਿਮਿਲਰਲੀ ਇਕੁਏਸ਼ਨ 2 ਤੋਂ ਅਸੀਂ ਲਵਾਂਗੇ ਆਰ ਬਾਰ ਪਲੱਸ ਕਲੌਕ, ਜਦੋਂ ਅਸੀਂ 1 ਲਈ ਹੋਈ ਹੈ, ਕਲੌਕ 1 ਲਈ ਹੈ ਤੇ ਇਹਦਾ ਕੰਪਲੀਮੈਂਟ ਅਗੇਨ 0 ਹੋ ਜਾਏਗਾ। ਆਰ ਬਾਰ ਪਲੱਸ 0 ਕੀ ਹੋਏਗਾ? ਆਰ ਬਾਰ ਆ ਜਾਏਗਾ। ਇਸ ਲਈ ਐਸ ਡੈਸ਼ ਜਿਹੜਾ ਉਹ ਐਸ ਬਾਰ ਦੇ ਇਕੁਅਲ ਹੋ ਗਿਆ, R1 ਜਿਹੜਾ ਆਰ ਬਾਰ ਦੇ ਇਕੁਅਲ ਹੋ ਗਿਆ। ਕਦੋਂ? ਜਦੋਂ ਕਲੌਕ ਅਸੀਂ ਹਾਈ ਅਪਲਾਈ ਕਰਾਂਗੇ, 1 ਅਪਲਾਈ ਕਰਾਂਗੇ। ਹੁਣ ਇਹਦੇ ਚ ਅੱਗੇ ਹੋਰ ਪੋਸਿਬਿਲਿਟੀਜ਼ ਜਿਹੜੀਆਂ ਉਹ ਬਣਦੀਆਂ ਨੇ। ਇੱਕ ਹੋ ਸਕਦੇ ਕਿ ਐਸ 0 ਹੋਵੇ ਤੇ ਆਰ 0 ਹੋਵੇ। ਅਸੀਂ ਮੰਨ ਲੈਨੇ ਐਸ 0 ਹੈ ਤੇ ਆਰ ਵੀ 0 ਆ। ਕਲੌਕ ਅਸੀਂ ਕੀ ਦਿੱਤੀ ਹੋਈ ਆ? 1। ਇੱਥੇ ਵੀ 1 ਆ ਤੇ ਇੱਥੇ ਵੀ 1 ਆ। ਇੱਥੇ ਅਸੀਂ 0 ਕਰ ਦਿੱਤਾ, ਇੱਥੇ ਅਸੀਂ 1 ਕਰ ਦਿੱਤਾ, ਇੱਥੇ ਅਸੀਂ 0 ਕਰ ਦਿੱਤਾ। ਹੁਣ ਨੈਂਡ ਗੇਟ ਦੇ ਵਿੱਚ ਕੀ ਹੁੰਦਾ?
ਜਦੋਂ NAND ਗੇਟ ਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਇੱਥੇ ਸਾਡੇ ਕੋਲ S ਕੀ ਆਏਗਾ, S ਡੈਸ਼, ਆ ਜਿਹੜਾ S ਡੈਸ਼ ਕੀ ਆਏਗਾ, S ਡੈਸ਼ ਦੀ ਵੈਲਿਊ ਕੀ ਆਉਣੀ ਆ, S ਡੈਸ਼ ਦੀ ਵੈਲਿਊ S ਦਾ ਕੰਪਲੀਮੈਂਟ, S ਦਾ ਕੰਪਲੀਮੈਂਟ ਕੀ ਹੈ 0, मतलब ਕੀ ਆ ਜਾਏਗਾ 1 ਆ ਜਾਏਗਾ। R ਦਾ ਕੰਪਲੀਮੈਂਟ ਹੈ, ਇੱਥੇ R ਦਾ ਕੰਪਲੀਮੈਂਟ ਕਿੰਨਾ, R ਦਾ ਕੰਪਲੀਮੈਂਟ, R ਦੀ ਵੈਲਿਊ ਕਿੰਨੀ ਲਈ ਅਸੀਂ 0, ਇਹ ਵੀ ਕਿੰਨਾ ਆ ਜਾਏਗਾ ਇੱਥੇ 1, ਇਹ ਵੀ ਕਿੰਨਾ ਆ ਜਾਏਗਾ 1 ਆ ਜਾਏਗਾ। ਇਸ ਲਈ ਫਿਰ ਕੀ ਆ ਗਿਆ, ਦੋਨੋਂ 1 1 ਆ ਗਏ। ਫਿਰ ਇਹੀ ਕੰਡੀਸ਼ਨ ਆ ਰਹੀ ਹੈ, ਜਦੋਂ ਫਿਰ ਦੋਨੋਂ ਕੀ ਆ ਗਈਆਂ ਆउटपुट 1 1 ਆ ਰਹੀਆਂ ਨੇ, ਤੇ ਲੈਚ ਜਿਹੜਾ ਸਾਡਾ ਉਹ ਅੱਗੇ ਲੈਚ ਦਾ ਅਸੀਂ ਦੇਤਾ ਆउटपुट, ਲੈਚ ਜਿਹੜਾ ਕਿਵੇਂ ਕੰਮ ਕਰੂਗਾ ਉਹ ਪ੍ਰੀਵੀਅਸ ਸਟੇਟ ਦੀ ਤਰ੍ਹਾਂ ਕੰਮ ਕਰੇਗਾ। ਇਹਦਾ ਮਤਲਬ ਜਿਹੜਾ ਫਲਿਪ ਫਲॉप ਆ ਉਹ ਫਿਰ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗਾ, ਮੈਮਰੀ ਡਿਵਾਈਸ ਦਾ ਕੰਮ ਕਰੇਗਾ। ਜਦੋਂ ਕਲੌਕ ਅਸੀਂ ਹਾਈ ਕੀਤੀ ਤੇ S ਤੇ R ਅਸੀਂ ਕਿ ਲੈ ਲੇ 0 0 ਲਏ। ਹੁਣ ਅਸੀਂ ਕਰਦੇ ਹਾਂ ਕਲੌਕ ਹਾਈ ਰੱਖਦੇ ਹਾਂ ਤੇ S ਦੀ ਵੈਲਿਊ 0 ਲੈ ਲੈਂਦੇ ਆ, R ਦੀ ਵੈਲਿਊ 1 ਲੈ ਲੈਂਦੇ ਆ। S ਦੀ ਵੈਲਿਊ 0 ਕਰਤੀ, R ਦੀ ਵੈਲਿਊ 1 ਕਰ ਦਿੱਤੀ। ਜਦੋਂ S ਦੀ ਵੈਲਿਊ 0 ਕਰ ਦਿੱਤੀ ਤੇ R ਦੀ ਵੈਲਿਊ 1 ਕੀਤੀ। ਜਦੋਂ S ਦੀ ਵੈਲਿਊ 0 ਕੀਤੀ ਹੈ, ਦੇਖੋ 0 ਕੀਤੀ ਤੇ S ਦਾ ਕੰਪਲੀਮੈਂਟ ਸਾਨੂੰ ਇੱਥੇ ਕੀ ਮਿਲਣਾ, S ਡੈਸ਼, ਇਹਦਾ ਕੰਪਲੀਮੈਂਟ ਕੀ ਹੋ ਜਾਊਗਾ 0 ਦਾ ਕੰਪਲੀਮੈਂਟ ਅਗੇਨ 1 ਹੋ ਗਿਆ। ਇੱਥੇ 1 ਤੇ ਜਦੋਂ R ਹੈ ਤੇ R ਦਾ ਕੰਪਲੀਮੈਂਟ ਅਸੀਂ ਕੀ ਇੱਥੇ ਕੀਤਾ, R ਡੈਸ਼ ਕੀ ਹੋਊਗਾ R ਦਾ ਕੰਪਲੀਮੈਂਟ, R ਡੈਸ਼ ਕੀ ਹੈ ਇੱਥੇ R ਦਾ ਕੰਪਲੀਮੈਂਟ, R ਕਿੰਨਾ ਇੱਥੇ 0, 0 ਦਾ ਕੰਪਲੀਮੈਂਟ ਕੀ ਹੋ ਗਿਆ ਸਾਡੇ ਕੋਲ ਇੱਥੇ 1 ਹੋ ਗਿਆ, ਇੱਥੇ ਕੀ ਹੋ ਗਿਆ 1 ਹੋ ਗਿਆ। ਹੁਣ ਦੇਖੋ ਜਦੋਂ ਇੱਥੇ 0 ਹੈ, ਇੱਥੇ ਸਾਡੇ ਕੋਲ 1 ਹੈ, ਇੱਥੇ ਸਾਡੇ ਕੋਲ 1 ਹੈ, ਕਲੌਕ ਹਾਈ ਹੈ, S 0 ਹੈ ਤੇ R ਵੀ ਅਸੀਂ R 1 ਲਿਆ। ਇੱਥੇ ਜਦੋਂ R 1 ਲਿਆ ਤੇ ਇੱਥੇ ਕੀ ਹੋ ਜਾਣਾ, ਇਹਨੇ 0 ਹੋ ਜਾਣਾ, ਸੌਰੀ ਇੱਥੇ ਕੀ ਹੋ ਜਾਣਾ ਇਹਨੇ 0, ਕਿਉਂਕਿ R ਦਾ ਕੰਪਲੀਮੈਂਟ ਕੀ ਹੋ ਜਾਊਗਾ, R ਇੱਥੇ 1 ਲਿਆ ਸੀ ਅਸੀਂ, R ਇੱਥੇ ਕੀ ਲਿਆ ਹੋਇਆ 1 ਲਿਆ ਹੋਇਆ, ਤੇ ਇਹ ਕੀ ਹੋ ਜਾਏਗਾ 0 ਹੋ ਜਾਏਗਾ। ਹੁਣ ਦੇਖੋ ਜਦੋਂ ਇਹਨੂੰ ਇਨਪੁਟ ਇੱਥੇ ਕੀ ਆ ਗਿਆ S ਡੈਸ਼ S ਬਾਰ 1 ਤੇ R ਬਾਰ ਜਿਹੜੀ ਹੈ 0 ਆ ਗਈ ਆ। ਜਦੋਂ R ਬਾਰ 0 ਆ, S1 ਇੱਥੇ ਦੇਖੋ S1 ਤੇ R 0, ਤਾਂ ਆउटपुट ਸਾਨੂੰ ਕੀ ਮਿਲਦੀ ਹੈ 0 ਮਿਲਦੀ ਹੈ। ਇਹਦਾ ਮਤਲਬ ਆउटपुट ਸਾਨੂੰ ਕੀ ਮਿਲੇਗੀ ਇੱਥੇ 0 ਮਿਲੇਗੀ ਤੇ ਉਹਦਾ ਕੰਪਲੀਮੈਂਟ ਕੀ ਆਏਗਾ 1। ਇਹਦਾ ਮਤਲਬ S ਜਿਹੜਾ ਸਾਡਾ ਫਲਿਪ ਫਲॉप ਕਿਹਨੂੰ ਸਟੋਰ ਕਰੇਗਾ, 0 ਨੂੰ ਸਟੋਰ ਕਰੇਗਾ। ਅਗੇਨ ਅਸੀਂ ਕਲੌਕ ਜਿਹੜੀ ਆ ਉਹ ਹਾਈ ਰੱਖੀ ਹੋਈ ਹੈ ਤੇ S ਦੀ ਵੈਲਿਊ ਅਸੀਂ 1 ਕਰ ਦਿੰਨੇ ਆ, S ਦੀ ਵੈਲਿਊ 1 ਕਰ ਦਿੰਨੇ ਆ, R ਦੀ ਵੈਲਿਊ 0 ਕਰ ਦਿੰਨੇ ਆ। ਹੁਣ S ਦੀ ਵੈਲਿਊ ਜੇ 1 ਆ ਤੇ S ਕੰਪਲੀਮੈਂਟ ਕੀ ਹੋ ਜਾਊਗਾ ਇੱਥੇ 0 ਹੋ ਜਾਏਗਾ ਤੇ R ਕੰਪਲੀਮੈਂਟ ਕੀ ਹੋ ਜਾਏਗਾ 1 ਹੋ ਜਾਏਗਾ। ਜਦੋਂ ਇਹ 0 ਹੋ ਗਿਆ ਤੇ 1 ਹੋ ਗਿਆ। ਹੁਣ ਦੇਖੋ ਜਦੋਂ ਇਹ 0 ਹੋ ਜਾਏ ਤੇ 1 ਹੋ ਜਾਏ, ਇਹਦੇ ਟਰੁਥ ਟੇਬਲ ਨੂੰ ਦੇਖਾਂਗੇ ਅਸੀਂ SR ਲੈਚ ਦੇ ਨੂੰ, ਅੱਗੇ ਸਾਰਾ ਲੈਚ ਨੇ ਕੰਮ ਕਰਨਾ ਹੈ। ਲੈਚ ਦੇ ਦੇਖੋ ਜਦੋਂ S 0 ਆ ਤੇ R 1 ਹੈ, ਇਹ ਵਾਲੀ ਸਿਚੁਏਸ਼ਨ ਆ ਗਈ ਤੇ ਫਿਰ ਆउटपुट ਕੀ ਆਉਂਦੀ ਹੈ ਸਾਡੇ ਕੋਲ 1 ਆਉਂਦੀ ਹੈ। ਇਹਦਾ ਮਤਲਬ ਇੱਥੇ ਆउटपुट ਸਾਡੀ ਕੀ ਆਏਗੀ 1 ਆਏਗੀ। ਮਤਲਬ ਜਦੋਂ S 1 ਆ ਤੇ R 0 ਹੋਏਗਾ, ਆउटपुट ਸਾਡੀ ਕੀ ਆਉਣੀ ਹੈ 1 ਆਏਗੀ, ਜਿਹੜਾ ਫਲਿਪ ਫਲॉप ਆ 1 ਨੂੰ ਸਟੋਰ ਕਰੇਗਾ। ਨੈਕਸਟ ਅਸੀਂ ਲੈ ਲੈਂਦੇ ਆ S ਕਲੌਕ ਨੂੰ 1 ਲਿਆ, ਫਿਰ ਹਾਈ ਰੱਖਿਆ ਹੋਇਆ ਤੇ ਦੋਨੋਂ 1 1 ਲੈ ਲੈਂਦੇ ਆ। ਦੋਨੋਂ ਅਸੀਂ 1 1 ਲਏ, S ਵੀ 1 ਲਿਆ, R ਵੀ 1 ਲਿਆ ਤੇ ਇੱਥੇ ਆ ਕੇ S ਕੀ ਹੋ ਜਾਊਗਾ, ਇਹਦਾ ਕੰਪਲੀਮੈਂਟ ਹੋ ਜਾਏਗਾ 0 ਹੋ ਜਾਏਗਾ। S ਬਾਰ ਮਤਲਬ ਇਹਦਾ ਕੰਪਲੀਮੈਂਟ 0 ਹੋ ਗਿਆ, R ਬਾਰ ਇਹਦਾ ਵੀ ਕੰਪਲੀਮੈਂਟ ਕੀ ਹੋ ਜਾਏਗਾ 0 ਹੋ ਜਾਏਗਾ। ਤੇ ਜਦੋਂ ਦੋਨੋਂ 0 0 ਹੋਣ, ਜਦੋਂ ਦੋਨੋਂ 0 0 ਹੋਣ, ਇਸ ਕੰਡੀਸ਼ਨ ਨੂੰ ਦੇਖੀਏ, ਜਦੋਂ ਦੋਨੋਂ 0 0 ਹੋਣ, ਇਹਨੂੰ ਜਦੋਂ ਦੋਨੋਂ 0 0 ਮਿਲ ਗਏ ਇੱਥੇ ਆ ਕੇ ਤੇ ਇਹ ਕੀ ਰਹਿਣਾ, ਇਹ ਨਾਟ ਯੂਜ਼ ਕਰਦੇ ਹਾਂ ਅਸੀਂ, ਇਨਵੈਲਿਡ ਸਟੇਟ ਹੈ। ਇਨਵੈਲਿਡ ਕੀ ਹੈ ਕਿ ਇੱਥੇ ਜਿਹੜੇ ਸਾਨੂੰ ਆउटपुट ਮਿਲਣੀ ਆ ਉਹ ਕੀ ਮਿਲਣੀ ਹੈ ਸੇਮ ਮਿਲ ਜਾਂਦੀ ਹੈ। ਜੇ 1 ਆ ਤਾਂ ਇੱਥੇ ਵੀ 1 ਆਏਗੀ, ਜੇ 0 ਆ ਤਾਂ ਇੱਥੇ ਵੀ 0 ਆਏਗੀ, ਜੋ ਕਿ ਵੈਲਿਡ ਨਹੀਂ ਹੈ। ਇਸ ਲਈ ਇਸ ਸਟੇਟ ਨੂੰ ਅਸੀਂ ਯੂਜ਼ ਨਹੀਂ ਕਰਦੇ। ਇਸ ਕੰਡੀਸ਼ਨ ਵਿੱਚ ਅਸੀਂ ਕਹਿ ਦਿੰਦੇ ਹਾਂ ਇਹ ਕਿ ਇਨਵੈਲਿਡ ਸਟੇਟ ਹੈ। ਨੈਕਸਟ ਇਹਨੂੰ ਮੈਂ ਅੱਗੇ ਫਿਰ ਐਕਸਪਲੇਨ ਕਰਨਾ ਚਾਹੁੰਦਾ, SR ਫਲਿਪ ਫਲॉप ਨੂੰ ਸਟੈਪ ਵਾਈਜ਼ ਐਕਸਪਲੇਨ ਕਰਨਾ ਚਾਹੁੰਦਾ। ਇਹਦੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਟਰੁਥ ਟੇਬਲ ਦੀ ਕਰਾਂਗੇ। ਹੁਣ ਟਾਈਮ ਕਿੰਨਾ ਹੋਇਆ, ਵੈਰੀਫਿਕੇਸ਼ਨ ਕਰਾਂਗੇ ਕਿੰਨਾ ਰਹਿ ਗਿਆ ਹੈ। ਮੈਂ ਥੋੜਾ ਫਾਸਟ ਕਰਦਾ, ਟਾਈਮ ਦੀ ਥੋੜੀ ਕਮੀ, ਕਿ
जे क्लॉक जिहड़ी साडी लो है, मान लो क्लॉक जे लो है तो एस आर हैव एनी वैल्यू, क्लॉक की वैल्यू जे साडी क्लॉक असी लो तो एस आर की कोई भी वैल्यू ले लो, एस आर की जे मैं 0 लै लेना तो आर की वैल्यू मान लो मैं 1 ले ली, इत्थे क्लॉक ही लई है 0, इत्थे 0 गया, इत्थे भी 0 आ गया। जो 0 0 है इत्थे की हो गया साडे कोल 1 ਤੇ ਇਹ 0 1 ਹੈ ਤੇ ਇਹ ਕੀ ਆਏਗਾ 1, ਕਿਉਂਕਿ ਨੈਂਡ ਗੇਟ ਦੇ ਵਿੱਚ ਕੀ ਹੁੰਦਾ ਇੱਕ ਵੀ ਇਨਪੁਟ ਜਿਹੜੀ ਆ ਉਹ ਹਾਈ ਲੋ ਹੋਏਗੀ ਤੇ ਆਊਟਪੁੱਟ ਹਾਈ ਹੋਣੀ ਆ। ਹੁਣ ਇੱਥੇ ਦੋਨਾਂ ਦੇ ਵਿੱਚ ਇੱਥੇ ਦੋਨੋਂ 0 0 ਇੱਥੇ 1 ਹੈ। ਹੁਣ ਕੀ ਹੋਏਗਾ ਇਹਦੇ ਵਿੱਚ ਇੱਥੇ ਆਏਗਾ ਸਾਡੇ ਕੋਲ 0 0 ਹੈ। ਜਦੋਂ 0 0 ਹੋਵੇ ਤਾਂ ਫਿਰ ਅਸੀਂ ਕੀ ਕਰਦੇ ਆ, ਇਫ ਕਲੌਕ ਇਜ਼ ਲੋ ਐਸ ਆਰ ਹੈਵ ਐਨੀ ਵੈਲਿਊ, ਆਊਟਪੁੱਟ ਵਿਲ ਮੀਨ ਦੀ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗੀ, ਆਊਟਪੁੱਟ ਜਿਹੜੀ ਉਹ ਸਾਡੀ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗੀ। ਹੁਣ ਸੈਕਿੰਡ ਮੈਂ ਡਿਸਕਸ ਕਰਦਾ, ਦੇਖੋ ਮੰਨ ਲਓ ਐਸ ਦੀ ਵੈਲਿਊ ਤੇ ਆਰ ਦੋਨੋਂ 0 ਹੈ, ਮੰਨ ਲਓ ਦੋਨੋਂ 0 ਹੈ ਤੇ ਕਲੌਕ ਸਾਡੀ ਹਾਈ ਆ। ਹੁਣ ਕਲੌਕ ਅਸੀਂ ਕਿ ਲੈ ਲਈ ਹਾਈ, ਆ 0 ਆ ਗਿਆ ਇੱਥੇ, ਆਰ ਵੀ 0 ਦਿੱਤਾ ਹੋਇਆ, ਇਹ 1 ਹੈ। 0 1 ਮੀਨਸ ਇੱਥੇ ਕੀ ਹੋ ਗਿਆ ਸਾਡੇ ਕੋਲ 1 ਤੇ ਇੱਥੇ 1 0 ਮਤਲਬ ਇਹ ਕੀ ਆ ਗਿਆ ਸਾਡੇ ਕੋਲ 1 ਆ ਗਿਆ। ਇਹ 1 1 ਫਿਰ 1 1 ਆ ਗਏ, ਜਿੱਦਾਂ ਪਿਛਲੇ ਕੇਸ ਹੈ ਜਦੋਂ 1 1 ਆ ਗਏ ਤੇ ਇਹਦਾ ਮਤਲਬ ਜੇ ਅਸੀਂ ਇਹਨੂੰ ਦੇਖੀਏ ਟਰੁਥ ਟੇਬਲ ਨੂੰ, ਜਦੋਂ 1 1 ਆ ਜਾਣ ਤੇ ਇਹ ਕੀ ਰਹਿ ਜਾਂਦਾ, ਪ੍ਰੀਵੀਅਸ ਸਟੇਟ ਦੇ ਵਿੱਚ ਰਹਿ ਜਾਂਦਾ। ਜਦੋਂ 1 1 ਹੋਵੇ ਤਾਂ ਆਊਟਪੁੱਟ ਸਾਡੀ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗੀ। ਨੈਕਸਟ ਹੈ ਜੇ ਕਲੌਕ ਜਿਹੜੀ ਆ 0 ਕਲੌਕ ਹਾਈ ਲੈ ਲੈਨੇ S0 ਤੇ R1 ਲੈ ਲਈਏ, S0 ਲੈ ਲਿਆ, R1 ਲੈ ਲਿਆ ਤੇ ਕਲੌਕ ਅਸੀਂ ਹਾਈ ਰੱਖੀ ਹੋਈ ਹੈ, ਇਹ 1 ਆ ਗਿਆ, ਇੱਥੇ ਵੀ 1 ਹੈ, ਇਹ ਦੋਨੋਂ 1 1 ਹੋ ਗਏ। ਇਹ ਕੀ ਹੋ ਗਿਆ, ਇੱਕ 0 ਤੇ ਇੱਕ 1 ਹੈ, ਇੱਥੇ ਕੀ ਆ ਗਿਆ ਸਾਡੇ ਕੋਲ 1 ਹੋ ਗਿਆ, ਇੱਥੇ ਕੀ ਹੋ ਗਈ ਸਾਡੇ ਕੋਲ 0 ਆ ਗਿਆ, ਕਿਉਂਕਿ 1 ਉਦੋਂ ਹੋਣੀ ਹੈ ਜਦੋਂ ਇੱਕ ਵੀ ਇਨਪੁਟ ਲੋ ਹੋ ਗਈ। ਇੱਥੇ 1 ਆ ਗਿਆ, ਇੱਥੇ ਦੋਨੋਂ ਇੱਕ ਵੀ ਕੋਈ ਵੀ ਇਨਪੁਟ ਲੋ ਨਹੀਂ ਹੈ, ਇਹਦਾ ਮਤਲਬ ਆਊਟਪੁੱਟ ਇੱਥੇ ਸਾਨੂੰ ਕੀ ਮਿਲੇਗੀ, ਲੋ ਮਿਲੇਗੀ। ਹੁਣ ਅੱਗੇ ਇਸ ਇੱਥੇ ਆ ਕੇ ਲੈਚ ਦਾ ਕੰਮ ਕਰੂ ਅੱਗੇ। ਫਿਰ ਜਦੋਂ 1 ਤੇ 0 ਹੈ, ਜਦੋਂ 1 ਤੇ 0 ਆ ਉਹ ਕੀ ਕਰੇਗਾ, 1 ਤੇ 0 ਦੀ ਵੈਲਿਊ ਫਿਰ ਕੀ ਹੁੰਦੀ ਹੈ, ਕੀ ਆਉਂਦੀ ਆਊਟਪੁੱਟ ਕੀ ਮਿਲੇਗੀ ਸਾਨੂੰ 0 ਔਰ 1 ਮਿਲੇਗੀ। 0 ਔਰ 1 ਦੇ ਵਿੱਚ ਕੀ ਆ ਰਿਹਾ, ਦੇਖੋ 0 ਔਰ 1 ਦੇ ਵਿੱਚ ਸਾਡੇ ਕੋਲ ਆਹ ਵਾਲੀ ਕੰਡੀਸ਼ਨ ਆ ਰਹੀ ਹੈ 0 ਤੇ 1, ਮਤਲਬ 0 ਜਿਹੜਾ ਡਾਟਾ ਉਹ ਸਟੋਰ ਕਰੇਗਾ। ਨੈਕਸਟ ਦੇਖੋ ਜੇ S1 ਤੇ R0 ਆ, S1 ਤੇ R0 ਹੈ, S1 R0 ਤੇ ਕਲੌਕ ਵੀ 1 ਅਪਲਾਈ ਕੀਤੀ ਆ, ਜਦੋਂ ਇਹ 1 ਆ ਤੇ ਇਹ ਵੀ 1 ਹੈ ਤੇ ਸਾਨੂੰ ਆਊਟਪੁੱਟ ਇੱਥੇ 0 ਆਉਣੀ ਆ। ਜੇ ਇੱਥੇ 1 ਆ ਇੱਥੇ 0 ਅਪਲਾਈ ਕੀਤਾ ਤੇ ਆਊਟਪੁੱਟ ਇੱਥੇ ਹਾਈ ਆਉਣੀ ਹੈ। ਜਦੋਂ 0 ਤੇ 1 ਹੋਵੇ ਤੇ ਲੈਚ ਕਿਹਦਾ ਕੰਮ ਕਰਦਾ, ਜਦੋਂ 0 ਤੇ 1 ਹੋਵੇ ਲੈਚ ਕਿਹਦਾ ਕੰਮ ਕਰਦਾ, ਆਊਟਪੁੱਟ ਸਾਨੂੰ ਕੀ ਦਿੰਦਾ, ਉਹ 1 ਦਿੰਦਾ, ਆਊਟਪੁੱਟ ਕੀ ਦਿੰਦਾ 1 ਦਿੰਦਾ, ਦੂਜੀ ਕੰਪਲੀਮੈਂਟ ਉਹਦੇ 0 ਹੋ ਜਾਂਦਾ। ਇਸ ਤਰ੍ਹਾਂ ਨਾਲ ਜਦੋਂ ਅਸੀਂ 1 ਲਿਆ ਹਾਈ ਲਿਆ ਤੇ S1 ਲਿਆ ਸੀ, R0 ਲਿਆ ਸੀਗਾ ਤੇ ਕੀ ਕਰਦਾ, ਆਊਟਪੁੱਟ ਸਾਡੀ ਹਾਈ ਆ ਜਾਂਦੀ ਹੈ। ਨੈਕਸਟ ਸਿਮਿਲਰਲੀ ਇਦਾਂ ਹੀ ਆ, S1 ਤੇ R ਵੀ 1 ਹੋਵੇ ਤਾਂ ਉਹ ਜਿਹੜਾ ਸਾਡਾ ਜਿਹੜਾ ਉਹ ਕੀ ਹੈ ਇਨਵੈਲਿਡ ਸਟੇਟ ਦੇ ਵਿੱਚ ਆ ਜਾਏਗਾ। ਮੈਂ ਕਲੀਅਰ ਥੋੜਾ ਕਰ ਦਿੰਦਾ, S1 ਹੋ ਜੇ R1 ਹੋ ਜੇ, ਕਲੌਕ ਪਲਸ ਜਿਹੜੀ ਆ ਉਹ ਹਾਈ ਹੈ, ਇੱਥੇ ਦੋਨੋਂ ਹਾਈ ਹਾਈ ਹੋ ਗਏ। ਜਦੋਂ ਹਾਈ ਹਾਈ ਹੈ ਤਾਂ ਇਹ ਕੀ ਹੋ ਗਿਆ ਸਾਡੇ ਕੋਲ 0 ਹੋ ਗਿਆ, ਇਹ ਵੀ ਦੋਨੋਂ ਹਾਈ ਹਾਈ ਹੈ ਤੇ ਇਹ ਵੀ ਕੀ ਹੋ ਗਿਆ 0। ਹੁਣ SR ਦੇਖੋ, ਇਹਨੂੰ SR ਲੈਚ ਨੂੰ ਦੋਨੋਂ 0 0 ਤੇ ਨਾਟ ਯੂਜ਼ ਇਨਵੈਲਿਡ ਸਟੇਟ ਚ ਆ ਜਾਂਦਾ। ਇਹ ਕਿਹੜੀ ਸਟੇਟ ਚ ਆ ਜਾਂਦਾ, ਇਨਵੈਲਿਡ ਸਟੇਟ ਦੇ ਵਿੱਚ ਆ ਜਾਂਦਾ ਹੈ। ਸੋ ਇਸ ਸਟੇਟ ਨੂੰ ਅਸੀਂ ਫਲਿਪ ਫਲॉप ਦੇ ਵਿੱਚ ਯੂਜ਼ ਨਹੀਂ ਕਰਦੇ। ਇਹ ਜਿਹੜੀ ਕੰਡੀਸ਼ਨ ਆ ਜਿਹੜੀ ਇਨਵੈਲਿਡ ਕੰਡੀਸ਼ਨ ਹੈ, ਅਸੀਂ ਡੀ ਫਲਿਪ ਫਲॉप ਦੇ ਵਿੱਚ ਅਸੀਂ ਇਹਨੂੰ ਐਲੀਮੀਨੇਟ ਕਰ ਸਕਦੇ ਹਾਂ। ਡੀ ਫਲਿਪ ਫਲॉप ਕੀ ਆ, ਮੇ ਵੀ ਹੁਣ ਟਾਈਮ ਹੋ ਗਿਆ, ਮੈਂ ਨੈਕਸਟ ਲੈਕਚਰ ਦੇ ਵਿੱਚ ਮੈਂ ਡੀ ਫਲਿਪ ਫਲॉप ਜ਼ਰੂਰ ਰਿਪੀਟ ਕਰੂੰਗਾ। ਅੱਗੇ ਸੇਮ ਇਹਦੀ ਇੱਕ ਟਾਈਮਿੰਗ ਡਾਇਗਰਾਮ ਮੈਂ ਬਣਾਈ ਸੀਗੀ, ਉਹਦੇ ਲਈ ਸਾਨੂੰ ਟਾਈਮ ਕਿੰਨਾ ਹੈ, ਅੱਛਾ ਟਾਈਮਿੰਗ ਡਾਇਗਰਾਮ ਉਹ ਮੈਂ ਨੈਕਸਟ ਫਿਰ ਅੱਗੇ ਐਕਸਪਲੇਨ ਕਰ ਦੂੰਗਾ। ਆ ਡੀ ਫਲਿਪ ਫਲॉप ਸੀਗਾ, ਮੈਂ ਨੈਕਸਟ ਲੈਕਚਰ ਦੇ ਵਿੱਚ ਮੈਂ ਜ਼ਰੂਰ ਐਕਸਪਲੇਨ ਕਰੂੰਗਾ। ਨੈਕਸਟ ਲੈਕਚਰ ਜਿਹੜਾ ਮੈਂ ਲੈ ਸਕਦਾ ਵਾਂ ਫਰਾਈਡੇ ਨੂੰ ਮੈਂ ਲੈਕਚਰ ਲਾਉਂਗਾ 12 ਵਜੇ, ਠੀਕ ਹੈ। ਪਲੀਜ਼ ਜਿਹੜੇ ਤੁਸੀਂ ਸਟੂਡੈਂਟ ਪਲੀਜ਼ ਮੈਨੂੰ ਜੁਆਇਨ ਜ਼ਰੂਰ ਕਰਿਓ, ਮੈਂ ਨੈਕਸਟ ਅੱਗੇ ਫਿਰ ਲੈਕਚਰ ਲਾਉਂਗਾ ਤੇ ਮੈਂ ਡੀ ਫਲਿਪ ਫਲॉप ਤੁਹਾਨੂੰ ਕਰਵਾਉਂਗਾ। ਅੱਗੇ ਐਪਲੀਕੇਸ਼ਨ ਜਾਂ ਫਲਿਪ ਫਲॉप ਦੀਆਂ ਐਪਲੀਕੇਸ਼ਨਸ ਕੀ ਹੈ, ਇੱਕ ਮੈਮਰੀ ਸਰਕਟ ਦਾ ਕੰਮ ਕਰਦੇ ਆ ਇਹ।
ਲੌਜਿਕ ਕੰਟਰੋਲ ਡਿਵਾਈਸਿਸ ਲਈ ਯੂਜ਼ ਹੁੰਦੇ ਆ। ਕਾਊਂਟਰ ਸਰਕਟ ਹੈ, ਅੱਗੇ ਤੁਹਾਨੂੰ ਪੜਾ ਸ਼ਿਫਟ ਰਜਿਸਟਰ ਹੈ, ਅੱਗੇ ਪੜਾਂਗੇ ਅਸੀਂ। ਬਾਕੀ ਇਸ ਲੈਕਚਰਸ ਲਈ ਮੈਂ ਜੋ ਵੀ ਲੈਕਚਰਸ ਦੇ ਰਿਹਾ, ਮੈਂ ਇੰਸਪਾਇਰ ਹੋਇਆ ਆਪਣੇ ਡਿਪਟੀ ਡਾਇਰੈਕਟਰ ਸਰ ਹੈ ਵਿਜੇਂਦਰ ਤਵਨ ਜੀ, ਉਹਨਾਂ ਨੇ ਕਾਫੀ ਮੈਨੂੰ ਇਨਕਰੇਜ ਕੀਤਾ ਸੀ ਇਸ ਲਈ। ਆਰਪੀ ਸਿੰਘ ਸਰ ਹੈ, ਉਹ ਮੇਰੇ ਸਲਾਈਡ ਜਿਹੜੇ ਸੀਗੇ, ਮੇਰੀ ਪ੍ਰੈਜੈਂਟੇਸ਼ਨਸ ਕਾਫੀ ਲਾਈਕ ਕਰਦੇ ਰਹੇ, ਮੈਨੂੰ ਕਹਿੰਦੇ ਰਹੇ ਵੀ ਲੈਕਚਰ ਦਿਓ, ਸੋ ਮੈਂ ਲੈਕਚਰ ਦੇ ਰਿਹਾ। ਮੇਰਾ ਸਟਾਫ ਹੈ, ਮੇਰੇ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਨਿਮਰਤਾ ਦੇਵੀ ਜੀ ਤੇ ਸਾਡੇ ਹਰਵਿੰਦਰ ਸਿੰਘ ਜੀ ਜੋ ਕਿ ਗਰੁੱਪ ਇੰਸਟ੍ਰਕਟਰ ਨੇ, ਇਹਨਾਂ ਤੋਂ ਮੈਨੂੰ ਬਹੁਤ ਸਪੋਰਟ ਮਿਲਦੀ ਹੈ ਤੇ ਮੈਂ ਇਹ ਲੈਕਚਰ ਜੋ ਹੈ ਦੇ ਰਿਹਾ ਤੇ ਨੈਕਸਟ ਵੀ ਦਿੰਦਾ ਰਹੂੰਗਾ। ਅਗਰ ਕੋਈ ਡਾਊਟ ਹੈ ਤਾਂ ਪਲੀਜ਼ ਤੁਸੀਂ ਕਰ ਸਕਦੇ ਹੋ ਮੈਨੂੰ, ਓਨਲੀ SR ਲੈਸ਼ ਤੇ SR ਫਲਿਪ ਫਲॉप ਤੇ। ਨੈਕਸਟ ਜੋ ਹੈ ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦਊਂਗਾ ਫਰਾਈਡੇ ਨੂੰ ਠੀਕ 12 ਵਜੇ, ਤੇ ਇੱਕ ਮੈਂ ਲੈਕਚਰ ਲਾਉਂਗਾ ਬੁੱਧਵਾਰ ਨੂੰ ਪਰਸੋਂ, ਉਹਦੇ ਤੇ ਮੈਂ MCQ ਜਿਹੜੇ ਆਬਜੈਕਟਿਵ ਕੁਐਸਚਨ ਜਿਹੜੇ ਮਲਟੀਪਲ ਚੋਇਸ ਕੁਐਸਚਨ ਇਸ ਟੌਪਿਕ ਦੇ ਉਹ ਡਿਸਕਸ ਕਰਾਂਗੇ। ਬਟ ਫਰਾਈਡੇ ਨੂੰ ਮੈਂ ਇਹਨੂੰ ਥੋਰਲੀ